ਭਾਰਤ ਦੇ ਗੋਲਕੀਪਰ ਮੀਰ ਰੰਜਨ ਨੇਗੀ ਉਹਨਾਂ ਨੂੰ ਕਈ ਗੱਲਾਂ ਕਰਕੇ ਨਿਸ਼ਾਨਾ ਬਣਾਇਆ ਗਿਆ ਕਿ ਉਹਨਾਂ ਦੀ ਪਰਫਾਰਮੈਂਸ ਠੀਕ ਨਹੀਂ ਸੀ, ਬਲਕਿ ਇਹ ਕਹਿਣਾ ਅਤਕਥਨੀ ਨੇ ਕਿ ਬਲੀ ਦਾ ਬੱਕਰਾ ਉਸ ਨੂੰ ਬਣਾ ਦਿੱਤਾ ਗਿਆ। ਤੇ ਇੱਕ ਵਾਰੀ ਚੋਣਾਂ ਹੋਈਆਂ ਹਾਕੀ ਫੈਡਰੇਸ਼ਨ ਦੀ ਪੋਸਟ ਲਈ, ਤੇ ਇੱਕ ਪਾਸੇ ਇੱਕ ਸਾਡੀ ਬਜ਼ੁਰਗ ਆਗੂ ਕੇਂਦਰੀ ਸਿਆਸਤਦਾਨ, ਦੂਸਰੇ ਪਾਸੇ ਸਾਬਕਾ ਕਪਤਾਨ ਪ੍ਰਗਟ ਸਿੰਘ ਹਾਰ ਗਏ ਤੇ ਉਹ ਬੀਬੀ ਜੀ ਜਿੱਤ ਗਏ। ਇੱਥੋਂ ਸਾਨੂੰ ਪਹਿਲਾਂ ਅੰਦਾਜ਼ਾ ਲੱਗਾ ਸੀ ਕਿ ਹਾਕੀ ਨਹੀਂ, ਉੱਥੇ ਸਿਆਸਤ ਭਾਰੀ ਹੈ। ਗੂਗਲ ਤੇ ਜਦੋਂ ਸਰਚ ਕੀਤੀ ਗਈ ਉਹਨਾਂ ਦੇ ਮੈਡਲ ਜਿੱਤਣ ਤੋਂ ਬਾਅਦ, ਤੇ ਇਸ ਗੱਲ ਦੀ ਸਰਚ ਜਿਹੜੀ ਹੈ PV ਸਿੰਧੂ ਤੋਂ ਬਾਅਦ ਉਹਨਾਂ ਦੀ ਕਾਸਟ ਜਾਤ ਦਾ ਪਤਾ ਕਰਨ ਵਾਸਤੇ ਜਿਹੜੀ ਸਰਚ ਹੈ ਬਹੁਤ ਕੀਤੀ ਗਈ, ਪਰ ਸਿੱਖਿਆ ਮੰਤਰੀ ਦੇ ਕਹਿਣ ਨਾਲ ਦਾਖਲੇ ਨਾਲ ਕੀ ਇਹ ਰੋਕਥਾਮ ਲੱਗੀ ਹੈ ਕਿ ਵਾਕਿਆ ਇਹਨੇ ਅਧਿਆਪਕਾਂ ਦੇ ਟੀਕੇ ਲੱਗ ਚੁੱਕੇ ਨੇ, ਇਹ ਪ੍ਰਾਈਵੇਟ ਸਕੂਲਾਂ ਨੂੰ ਇਸ ਗਿਣਤੀ ਵਿੱਚ ਲਿਆ ਗਿਆ। ਪੁਰਾਤਨ ਸਮਿਆਂ ਦੇ ਵਿੱਚ ਵਰਨ ਵੰਡ ਕੀਤੀ ਗਈ ਸੀ ਨਾ, ਬਿਲਕੁਲ ਉਸੇ ਤਰ੍ਹਾਂ ਅਕਾਲੀ ਦਲ ਨੇ ਕਹਿ ਦਿੱਤਾ ਕਿ ਦੇਖੋ ਜੀ ਉਪ ਮੁੱਖ ਮੰਤਰੀ ਜਿਹੜਾ ਦਲਿਤ ਭਾਈਚਾਰੇ ਜਾਂ ਹਿੰਦੂ ਭਾਈਚਾਰੇ 'ਚ ਹੋਵੇਗਾ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡਾ ਮੁੱਖ ਮੰਤਰੀ ਸਿੱਖ ਭਾਈਚਾਰੇ 'ਚ ਹੋਵੇਗਾ। ਭਾਜਪਾ ਵਾਲਿਆਂ ਨੇ ਕੁਝ ਹੋਰ ਕਹਿ ਦਿੱਤਾ। ਸਾਰਿਆਂ ਨੇ ਆਪੋ ਆਪਣਾ ਜਿਹੜਾ ਸੀ ਰਾਗ ਆਪਣਾ ਸ਼ੁਰੂ ਕਰ ਦਿੱਤਾ। ਖਿਡਾਰੀਆਂ ਦੇ ਹੱਥ ਵਿੱਚ ਇਹ ਗੱਲ ਨਹੀਂ ਦੇਣੀ ਚਾਹੀਦੀ। ਇਸ ਤਰ੍ਹਾਂ ਦੋ ਜਣੇ ਸਲਾਹ ਕਰਕੇ ਕਹਿਣ ਕਿ ਸਾਨੂੰ ਦੋਨਾਂ ਨੂੰ ਦੇ ਦਿਓ, ਇਹ ਗੱਲ ਵਾਜਬ ਨਹੀਂ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਣਗੀਆਂ ਟੋਕੀਓ ਓਲੰਪਿਕ ਵਿੱਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦੀਆਂ। ਭਾਜਪਾ ਦਾ ਪੱਲਾ ਰਾਮੂਵਾਲੀਆ ਦੀ ਧੀ ਨੇ ਕਿਉਂ ਫੜਿਆ? ਸਾਬਕਾ DGP ਸੈਣੀ ਦੇ ਘਰ ਹੁਣ ਕਾਹਦੇ ਲਈ ਹੋ ਰਹੀ ਹੈ ਛਾਪੇਮਾਰੀ? ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ, ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ। ਸ਼ੁਰੂਆਤ ਟੋਕੀਓ ਓਲੰਪਿਕ ਤੋਂ ਕਰਦੇ ਹਾਂ। ਭਾਰਤੀ ਹਾਕੀ ਟੀਮ ਸੈਮੀਫਾਈਨਲ 'ਚ ਹਾਰ ਗਈ ਜੀ। ਉਹ ਹਾਰ ਹੈ ਕਿ ਜਿੱਤ ਹੈ? ਕਿਉਂਕਿ ਕਈ ਉਹਨਾਂ ਨੂੰ ਹਾਰਨ ਤੇ ਵੀ ਵਧਾਈਆਂ ਦੇ ਰਹੇ ਨੇ। ਜੇ ਹਾਲਾਤਾਂ ਨੂੰ ਵੇਖਿਆ ਜਾਵੇ ਜੀ ਪਰਮਿੰਦਰ ਜੀ, ਤਾਂ ਇਹ ਵਾਕਿਆ ਜਿੱਤ ਹੈ ਜੀ। ਉਹ ਕਿਵੇਂ? 1980 ਦੇ ਵਿੱਚ ਆਖਰੀ ਮਾਸਕੋ ਓਲੰਪਿਕ ਜਿੱਤੀ ਸੀ। ਇਹ ਮੈਂ ਉਹਨਾਂ ਦੀ ਜਿੱਤ ਨੂੰ ਘੱਟ ਕਰਕੇ ਨਹੀਂ ਇੱਥੇ ਕਹਿਣ ਡਿਆ ਜੀ, ਪਰ ਕਿਉਂਕਿ ਉੱਥੇ ਬਹੁਤ ਸਾਰੇ ਦੇਸ਼ਾਂ ਨੇ ਬਾਈਕਾਟ ਕੀਤਾ ਹੋਇਆ ਸੀ ਜੋ ਰੂਸ ਪੱਖੀ ਨਹੀਂ ਸਨ ਤੇ ਅਮਰੀਕਾ ਪੱਖੀ ਸਨ ਜੀ, ਜਿਨ੍ਹਾਂ ਵਿੱਚ ਕਈ ਦਿੱਗਜ ਦੇਸ਼ ਸਨ ਜੋ ਉੱਥੇ ਖੇਡਣ ਨਹੀਂ ਗਏ, ਪਰ ਭਾਰਤ ਨੇ ਫਿਰ ਵੀ ਸੋਨੇ ਦਾ ਮੈਡਲ ਜਿੱਤਿਆ। ਭਾਵੇਂ ਮੂਹਰੇ ਕੋਈ ਅਣਜਾਣ ਹੀ ਖੜਾ ਹੋਵੇ, ਹਰਾਉਣਾ ਤਾਂ ਪੈਂਦਾ, ਫਿਰ ਵੀ ਸਪੇਨ ਦੀ ਟੀਮ ਨੂੰ ਫਾਈਨਲ 'ਚ ਹਰਾਇਆ ਸੀ। ਵੱਡੇ ਖਿਡਾਰੀ ਸਨ ਉਸ ਵੇਲੇ। 1982 ਤੱਕ ਆਉਂਦੇ ਖੇਡ ਦੇ ਵਿੱਚ ਥੋੜ੍ਹਾ ਜਿਹੜਾ ਸੀ ਉਹ ਨਿਗਾਰ ਆਉਣਾ ਸ਼ੁਰੂ ਹੋ ਗਿਆ। ਫਿਰ ਪੰਜਾਬ 'ਚ ਹਾਲਾਤ ਵਿਗੜਨੇ ਸ਼ੁਰੂ ਹੋ ਗਏ। ਪੰਜਾਬ ਦੇ ਹਾਲਾਤਾਂ ਦਾ ਸਾਰਿਆਂ ਨੂੰ ਪਤਾ ਹੈ। 1982 ਦੇ ਵਿੱਚ ਦਿੱਲੀ 'ਚ ਏਸ਼ੀਅਨ ਖੇਡਾਂ ਹੋਈਆਂ। ਏਸ਼ੀਅਨ ਖੇਡਾਂ ਦਾ ਫਾਈਨਲ ਭਾਰਤ ਤੇ ਪਾਕਿਸਤਾਨ ਵਿੱਚ ਹੋਇਆ। ਉਸ ਫਾਈਨਲ ਵਿੱਚ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ 7-1 ਮੈਚਾਂ ਨਾਲ ਹਰਾਇਆ, ਗੋਲਾਂ ਨਾਲ ਹਰਾਇਆ। 7 ਗੋਲ ਪਾਕਿਸਤਾਨ ਨੇ ਕੀਤੇ। ਤੇ ਉਸ ਤੋਂ ਬਾਅਦ ਭਾਰਤ ਦੇ ਗੋਲਕੀਪਰ ਮੀਰ ਰੰਜਨ ਨੇਗੀ ਉਹਨਾਂ ਨੂੰ ਕਈ ਗੱਲਾਂ ਕਰਕੇ ਨਿਸ਼ਾਨਾ ਬਣਾਇਆ ਗਿਆ ਕਿ ਉਹਨਾਂ ਦੀ ਪਰਫਾਰਮੈਂਸ ਠੀਕ ਨਹੀਂ ਸੀ, ਬਲਕਿ ਇਹ ਕਹਿਣਾ ਅਤਕਥਨੀ ਨੇ ਕਿ ਬਲੀ ਦਾ ਬੱਕਰਾ ਉਸ ਨੂੰ ਬਣਾ ਦਿੱਤਾ ਗਿਆ। ਉਹ ਜਿਸ ਭਾਈਚਾਰੇ ਨਾਲ ਸੰਬੰਧਿਤ ਸੀ ਉਸ ਕਰਕੇ ਉਸ ਨੂੰ ਤਾਨਿਆਂ ਮਿਹਣਿਆਂ ਦਾ ਸ਼ਿਕਾਰ ਹੋਣਾ ਪਿਆ। ਤੇ ਉਸੇ ਹੀ ਬੇਸ ਤੇ ਚੱਕ ਦੇ ਏੜੀਏ ਜਿਹੜੀ ਫਿਲਮ ਸੀ ਉਹ ਬਣਾਈ ਗਈ ਸੀ, ਉਸੇ ਵਿਅਕਤੀ ਦੀ ਜੀਵਨ ਤੇ ਆਧਾਰਿਤ। ਖੈਰ ਅੱਜ ਉਹ ਠੀਕ ਠਾਕ ਹੈ ਤੇ ਯੋਗਦਾਨ ਪਾ ਰਹੇ ਨੇ ਹਾਕੀ ਦੇ ਵਿੱਚ। ਹੁਣ ਖਿਡਾਰੀ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ, ਖਿਡਾਰੀ ਕਿਸ ਤਰ੍ਹਾਂ ਦੀ, ਇਹ ਖਿਡਾਰੀ ਦਾ ਕਸੂਰ ਨਹੀਂ ਹੁੰਦਾ ਜਦੋਂ ਉਹ ਕਿਤੇ ਜਾ ਕੇ ਟੌਪ ਲੈਵਲ ਤੇ ਪਰਫਾਰਮ ਕਰਦਾ ਜਾਂ ਨਹੀਂ ਕਰਦਾ। ਜੇ ਸਾਰੇ ਸਟਰਕਚਰ ਨੂੰ ਦੇਖਿਆ ਜਾਵੇ, ਸਾਰੇ ਢਾਂਚੇ ਨੂੰ ਵੇਖਿਆ ਜਾਵੇ ਤਾਂ ਫੇਰ ਗੱਲ ਕਰਨੀ ਬਣਦੀ ਹੈ। ਇਸ ਨੂੰ ਇੱਕ ਫਿਰਕੇ ਦੀ ਤੇ ਇੱਕ ਭਾਈਚਾਰੇ ਦੀ ਖੇਡ ਸਮਝ ਕੇ ਬੁਰੀ ਤਰ੍ਹਾਂ ਨਕਾਰਿਆ ਗਿਆ ਤੇ ਇੱਕ ਹੋਰ ਖੇਡ ਨੂੰ ਇਸ ਦੇ ਸਿਰ ਤੇ ਬਿਠਾਇਆ ਗਿਆ। ਹਾਲਾਂਕਿ ਉਸ ਦੇ ਇਤਿਹਾਸ ਵਿੱਚ 2 ਵਰਲਡ ਕੱਪ ਜਿਹੜੇ ਨੇ ਉਹ ਇੱਕ ਕਿਸਮ ਦੇ ਜਿੱਤੇ ਨੇ ਤੇ ਇੱਕ ਵਰਲਡ ਕੱਪ ਇੱਕ ਕਿਸਮ ਦਾ ਜਿੱਤਿਆ ਭਾਰਤ ਨੇ। ਕੁੱਲ ਮਿਲਾ ਕੇ 7-8 ਦੇਸ਼ ਖੇਡਦੇ ਨੇ ਉਹ ਖੇਡ, ਤੇ ਇਸ ਨੂੰ ਖੇਡਣ ਵਾਲੇ ਸ਼ਾਇਦ 50 ਤੋਂ ਵੀ ਵਧੇਰੇ ਹੋਣ। ਓਲੰਪਿਕ ਜਾਣ ਲਈ ਕੁਆਲੀਫਾਈਂਗ ਰਾਊਂਡ ਦੇ ਵਿੱਚੋਂ ਲੰਘਣਾ ਪੈਂਦਾ। ਯੂਰਪ ਵਾਲੇ ਆਪਣੀ ਚੈਂਪੀਅਨਸ਼ਿਪ ਖੇਡਦੇ ਨੇ, ਪੈਨ ਐਮ ਵਾਲੇ ਆਪਣੀ ਖੇਡਦੇ ਨੇ, ਏਸ਼ੀਅਨ ਗੇਮਾਂ ਆਪਣੀਆਂ ਹੁੰਦੀਆਂ, ਚੈਂਪੀਅਨ ਟਰੋਫੀ ਹੁੰਦੀ ਹੈ। ਹਾਕੀ ਖਿਡਾਰੀਆਂ ਨੂੰ ਜਿਸ ਤਰ੍ਹਾਂ ਦੀਆਂ ਸੁਵਿਧਾਵਾਂ, ਫੈਸਿਲਿਟੀਜ਼ ਤੇ ਜਿਸ ਤਰ੍ਹਾਂ ਦੀ ਟ੍ਰੇਨਿੰਗ ਤੇ ਜਿਸ ਤਰ੍ਹਾਂ ਦੇ ਮਾਣ ਭੱਤੇ ਦਿੱਤੇ ਗਏ, ਉਸ ਮੁਤਾਬਕ ਜਿਸ ਤਰ੍ਹਾਂ ਉਹ ਸਹਿਕਦੇ ਰਹੇ, ਪਿੱਚ ਵਿੱਚ ਪਰਫਾਰਮ ਕਰਦੇ ਵੀ ਰਹੇ,
ਸਰਦਾਰ ਪ੍ਰਗਟ ਸਿੰਘ ਦੇ ਸਮੇਂ ਤੇ ਕੁਝ ਅਚੀਵਮੈਂਟਸ ਆਈਆਂ ਵੀ, ਜੀ ਪਰ ਬਹੁਤੀਆਂ ਉਚਾਈਆਂ ਨਹੀਂ ਛੋਹ ਸਕੀ ਐਜ਼ ਏ ਟੀਮ। ਜੀ ਫਿਰ ਸਮਾਂ ਆ ਗਿਆ ਕਿ ਕੁਝ ਸਿਆਸਤਦਾਨਾਂ ਨੂੰ ਸਾਡੇ ਸਿਰ ਤੇ ਬਿਠਾ ਦਿੱਤਾ ਗਿਆ ਜੀ ਤੇ ਕੁਝ ਸਾਬਕਾ ਪੁਲਿਸ ਅਫਸਰਾਂ ਨੂੰ KPS ਗਿੱਲ ਇੰਡੀਅਨ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਰਹੇ। ਜੀ ਤੇ ਫਿਰ ਇੱਕ ਮੌਕਾ ਇਹੋ ਜਿਹਾ ਵੀ ਆਇਆ ਜਦੋਂ ਉਹ ਲਾਂਭੇ ਹੋਏ ਤੇ ਇੱਕ ਵਾਰੀ ਚੋਣਾਂ ਹੋਈਆਂ ਹਾਕੀ ਫੈਡਰੇਸ਼ਨ ਦੀ ਪੋਸਟ ਲਈ, ਜੀ ਤੇ ਇੱਕ ਪਾਸੇ ਇੱਕ ਸਾਡੀ ਬਜ਼ੁਰਗ ਆਗੂ ਕੇਂਦਰੀ ਸਿਆਸਤਦਾਨ, ਦੂਸਰੇ ਪਾਸੇ ਸਾਬਕਾ ਕਪਤਾਨ ਪ੍ਰਗਟ ਸਿੰਘ। ਜੀ ਪ੍ਰਗਟ ਸਿੰਘ ਹਾਰ ਗਏ ਤੇ ਉਹ BPG ਜਿੱਤ ਗਏ। ਜੀ ਇੱਥੋਂ ਸਾਨੂੰ ਪਹਿਲਾਂ ਅੰਦਾਜ਼ਾ ਲੱਗਾ ਸੀ ਕਿ ਹਾਕੀ ਨਹੀਂ, ਉੱਥੇ ਸਿਆਸਤ ਭਾਰੀ ਹੈ। ਜੀ ਇੱਕ ਅਜਿਹਾ ਸਮਾਂ ਵੀ ਆਇਆ ਕ੍ਰਿਕਟ ਵਾਲੇ ਜਦੋਂ ਕਿਤੇ ਇੱਕ ਦੋ ਮੈਚ ਵੀ ਜਿੱਤ ਕੇ ਆਉਂਦੇ ਸੀ, ਉਹਨਾਂ ਦੀਆਂ ਕੋਈ ਅਚੀਵਮੈਂਟਸ ਨੂੰ ਮੈਂ ਘੱਟ ਕਰਕੇ ਨਹੀਂ ਦਿਖਾ ਰਿਹਾ, ਜੀ ਬਹੁਤ ਨੇ, ਜੀ ਤੇ ਉਹਨਾਂ ਨੂੰ ਲੋਕ ਹੱਥਾਂ ਤੇ ਚੁੱਕ ਲੈਂਦੇ ਸੀ। ਸਰਕਾਰਾਂ ਵੀ ਉਹਨਾਂ ਨੂੰ ਵੱਡੇ ਵੱਡੇ ਇਨਾਮ ਦਿੰਦੀਆਂ ਸੀ, ਸਪਾਂਸਰਸ਼ਿਪ ਵਾਲੇ ਵੀ ਉਹਨਾਂ ਦੇ ਮਗਰ ਪੈ ਜਾਂਦੇ ਸੀ। ਜੀ ਤੇ ਜਦੋਂ ਸਾਡੀ ਟੀਮ ਕਿਤੇ ਖੇਡ ਕੇ ਇੱਕ ਵਾਰੀ ਕਿਤੇੋਂ ਆਈ ਤੇ ਸਿੰਗਾਪੁਰ ਦੇ 에ਅਰਪੋਰਟ ਤੇ 에ਅਰ ਇੰਡੀਆ ਨੇ ਉਹਨਾਂ ਨੂੰ ਰਾਤ ਨੂੰ ਫਲਾਈਟ ਜਿਹੜੀ ਸੀ ਇਹਨਾਂ ਦੀ ਮਿਸ ਹੋ ਗਈ, 에ਅਰ ਇੰਡੀਆ ਦਾ ਕਸੂਰ ਸੀ, ਜੀ ਤੇ ਰਹਿਣ ਵਾਸਤੇ ਜਗ੍ਹਾ ਨਾ ਦਿੱਤੀ ਤੇ ਗੁਰਦੁਆਰਾ ਸਾਹਿਬ ਜਾ ਕੇ ਰਾਤ ਕੱਟਣੀ ਪਈ ਸੀ ਟੀਮ ਨੂੰ। ਜੀ ਇਹ ਵੀ ਸਮਾਂ ਆਇਆ। ਖਿਡਾਰੀ ਜਿਹੜੇ ਸੀ ਉਹ ਖੇਡਦੇ ਸਨ, ਓਲੰਪਿਕ ਦੇ ਵਿੱਚ ਏਸ਼ੀਅਨ ਗੇਮਾਂ 'ਚ ਰਿਪਰੈਜ਼ੈਂਟ ਤਾਂ ਕੰਟਰੀ ਨੂੰ ਕਰਦੇ ਰਹੇ, ਜੀ ਤੇ ਪਰ ਨਾਲ ਨਾਲ ਰੁਜ਼ਗਾਰ ਦੇ ਵਸੀਲੇ ਵੀ ਉਹਨਾਂ ਨੂੰ ਭਾਲਣੇ ਪੈਂਦੇ ਸੀ। ਜੀ ਇਹ ਅਰਜਨ ਅਵਾਰਡ ਤੇ ਹੋਰ ਕਈ ਅਵਾਰਡਾਂ ਦੇ ਨਾਲ ਉਹ ਜਿਹੜੀ ਸੀ ਇੱਕ ਜ਼ਿੰਦਗੀ ਦਾ ਇੱਕ ਵਸੀਲਾ ਜਿੰਨੇ ਬਣਨਾ ਹੁੰਦਾ ਉਹ ਨਹੀਂ ਬਣ ਸਕਿਆ। ਜੀ ਤੇ ਜੀ ਕੁਲਦੀਪ ਜੀ, ਤੁਸੀਂ ਸਿਆਸਤ ਤੇ ਖੇਡਾਂ ਦੀ ਗੱਲ ਕਰ ਰਹੇ ਹੋ, ਰਲਵੀਂ ਗੱਲ, ਮਤਲਬ ਖੇਡਾਂ ਖਿਡਾਰੀਆਂ ਦੇ ਲਈ ਹੁੰਦੀਆਂ ਨੇ ਤੇ ਉਹਨਾਂ ਤੇ ਸ਼ਾਸਨ ਕਰਨ ਵਾਲੇ ਜਾਂ ਉਹਨਾਂ ਨੂੰ ਚਲਾਉਣ ਵਾਲੀਆਂ ਸੰਸਥਾਵਾਂ ਦੇ ਮੁਖੀ ਸਿਆਸਤਦਾਨ ਬਣਾ ਦਿੱਤੇ ਜਾਂਦੇ ਨੇ। ਸਿਆਸਤਦਾਨ ਵੀ ਹੋ ਸਕਦੇ ਨੇ, ਇਹ ਕੋਈ ਗੱਲ ਨਹੀਂ, ਜੀ ਜੇ ਵਾਕਿਆ ਹੀ ਇਸ ਕਾਬਲ ਹੋਣ ਜੀ ਕਿ ਉਹਨਾਂ ਨੇ ਬਹੁਤ ਭਵਿੱਖ ਦੇ ਵਿੱਚ ਕੰਮ ਕੀਤਾ ਹੋਣ, ਇਹੋ ਜਿਹਾ ਜਿਸ ਦੇ ਨਾਲ ਕੋਈ ਜੇ ਇਹੋ ਜਿਹੀ ਪਲੈਨਿੰਗ ਦੀ ਪੇਸ਼ਕਾਰੀ ਉਹ ਕਰ ਸਕਣ, ਜੀ ਜੇ ਇਹੋ ਜਿਹਾ ਬਲੂਪ੍ਰਿੰਟ ਲੈ ਕੇ ਅੱਗੇ ਆਉਣ ਜਿਸ ਨਾਲ ਕੁਝ ਬਣ ਸਕਣ ਦੀ ਗੱਲ ਹੋਵੇ, ਜੀ ਤੇ ਫਿਰ ਤਾਂ ਕੋਈ ਗੱਲ ਨਹੀਂ। ਜੀ ਪਰ ਇਹ ਜਿਹਾ ਹੁੰਦਾ ਦਿਸਿਆ ਨਹੀਂ ਹਾਕੀ ਦੇ ਮਾਮਲੇ ਦੇ ਵਿੱਚ। ਹਾਕੀ ਦੇ ਮੈਚ ਭਾਰਤੀ ਟੀਮ ਖੇਡਦੀ ਸੀ ਤੇ ਸਾਡੀਆਂ ਅਖਬਾਰਾਂ ਵੀ ਤੇ ਸਾਡਾ ਰਾਸ਼ਟਰੀ ਮੀਡੀਆ ਵੀ, ਜੀ ਉਹਨਾਂ ਤੇ ਕੰਨੋ ਕੰਨ ਖਬਰ ਵੀ ਨਹੀਂ ਸੀ ਹੁੰਦੀ ਸੀ ਕਿ ਭਾਰਤੀ ਟੀਮ ਕਿਤੇ ਖੇਡ ਰਹੀ ਹੈ। ਕਮੈਂਟੇਟਰ ਵੀ ਆਪਣੇ ਭੇਜਣੇ ਨਹੀਂ ਬੰਦ ਕਰ ਦਿੱਤੇ ਸੀ, ਜੀ ਔਰ ਉਹਨਾਂ ਨੂੰ ਬਿਲਕੁਲ ਵੀ ਕੋਈ ਕਵਰੇਜ ਜਿਹੜੀ ਸੀ ਉਹ ਨੈਸ਼ਨਲ ਲੈਵਲ ਤੇ ਨਹੀਂ ਦਿੱਤੀ ਜਾਂਦੀ ਸੀ। ਫਿਰ ਸਮਾਂ ਆਇਆ, ਸੁਧਾਰ ਹੋਇਆ, ਅੱਖਾਂ ਖੁੱਲੀਆਂ ਕੁਛ, ਤੇ ਅੱਜ ਸਾਡੀ ਟੀਮ ਆਖਰੀ 4 ਦੇ ਵਿੱਚ ਹੈ। ਜੀ ਸੈਮੀਫਾਈਨਲ ਭਾਵੇਂ ਹਾਰੇ ਨੇ, ਜੀ ਮੈਂ ਇਸ ਨੂੰ ਵਿਅਕਤੀਗਤ ਤੌਰ ਤੇ ਆਖਰੀ 4 ਜਿਹੜੀਆਂ ਟੀਮਾਂ ਨੇ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚਣਾ, ਜੀ ਔਰ ਜਿਸ ਤਰੀਕੇ ਨਾਲ ਪਹੁੰਚੇ ਨੇ, ਰੋੜ ਖੁੜ ਕੇ ਨਹੀਂ ਪਹੁੰਚੇ, ਜੀ ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਔਰ ਇਸ ਨਾਲ ਇਸ ਗੱਲ ਦਾ ਮੁੱਢ ਵੱਜਦਾ ਹੈ ਜੀ ਕਿ ਭਵਿੱਖ ਦੇ ਵਿੱਚ ਇਸ ਤੋਂ ਚੰਗੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਨੇ ਜੀ ਜੇ ਇਸ ਨੂੰ ਸਹੀ ਤਰੀਕੇ ਨਾਲ ਹੈਂਡਲ ਕੀਤਾ ਜਾਵੇ। ਜੀ ਇਸ ਲਈ ਸੰਭਾਵਨਾਵਾਂ ਦੇ ਦੌਰ ਦੇ ਵਿੱਚ ਇੱਕ ਚੀਜ਼ ਗੱਲ ਕਰਨੀ ਜਿਹੜੀ ਆ ਬਣਦੀ ਹੈ, ਜੀ ਉਹ ਇਹ ਕਿ ਜੇ IPL ਵਰਗੀ ਖੇਡ ਦੇ ਨਾਲ, IPL ਵਰਗੀ ਲੀਗ ਦੇ ਨਾਲ ਸਾਡੇ ਬਿਜ਼ਨੈਸਿਸ ਨੂੰ, ਸਾਡੇ ਲੋਕਾਂ ਨੂੰ ਐਂਟਰਟੇਨਮੈਂਟ ਮਿਲੇ, ਜੀ ਥਾਂ ਥਾਂ ਤੇ ਮੁਕਾਬਲੇ ਹੋਣ, ਵਾਰ-ਵਾਰ ਹੋਣ, ਤੇ ਖਿਡਾਰੀਆਂ ਨੂੰ ਉਹਨਾਂ ਦਾ ਮਾਣ ਮਿਲੇ, ਉਹੋ ਹੀ ਸਿਰਫ 14-15 ਖਿਡਾਰੀ ਨਾ ਹਾਸਲ ਕਰ ਲੈਣ ਜੀ ਜੋ ਰਾਸ਼ਟਰੀ ਟੀਮ ਵਿੱਚ ਖੇਡਦੇ ਨੇ, ਜੀ ਜਿਹੜੇ ਉਹਨਾਂ ਤੋਂ ਥੋੜੇ ਬਹੁਤੇ ਫਰਕ ਨਾਲ ਉੱਤੇ ਥੱਲੇ ਹੋ ਸਕਦੇ ਨੇ। ਅੱਜ ਵੀ ਕਈ ਖਿਡਾਰੀ ਸੋਚਦੇ ਹੋਣਗੇ ਕਿ ਫਲਾਂ ਖਿਡਾਰੀ ਨਾਲੋਂ ਫਲਾਨਾ ਬੈਟਰ ਹੈ ਜੀ ਤੇ ਉਸ ਨੂੰ ਓਲੰਪਿਕ 'ਚ ਜਾਣਾ ਚਾਹੀਦਾ ਸੀ। ਜੀ ਤੇ ਜੇ ਇਹੋ ਜਿਹੀ ਗੱਲ ਹੈ ਤਾਂ ਫਿਰ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ। ਲੋਕਾਂ ਦੇ ਸਾਹਮਣੇ ਫੈਸਲਾ ਹੋਵੇ ਕਿ ਕੌਣ ਚੰਗਾ ਹੈ ਤੇ ਕੌਣ ਮਾੜਾ, ਜੀ ਕੌਣ ਜਾ ਰਿਹਾ ਓਲੰਪਿਕਸ ਵਿੱਚ ਤੇ ਕੌਣ ਨਹੀਂ ਜਾ ਰਿਹਾ। ਇਹ ਸਾਰੀ ਇੱਕ ਪਲੈਨਿੰਗ ਕਰਨ ਦੀ ਲੋੜ ਹੈ, ਜੀ ਜਿਸ ਦੇ ਬਾਰੇ ਸਾਡੇ ਰਾਜਨੀਤੀਵਾਨਾਂ ਨੂੰ, ਸਾਡੇ ਕੋਰਪੋਰੇਟ ਅਦਾਰਿਆਂ ਨੂੰ, ਜੀ ਜੇ ਰਾਜਨੀਤੀਵਾਨਾਂ 'ਚੋਂ ਕਿਸੇ ਨੇ ਕੰਮ ਕੀਤਾ ਤਾਂ ਪੰਜਾਬ ਦੇ ਵਿੱਚ ਜਿਵੇਂ ਅਕੈਡਮੀ ਬਣਾਈ ਗਈ ਪ੍ਰਗਟ ਸਿੰਘ ਜੀ ਦੇ ਸਹਿਯੋਗ ਦੇ ਨਾਲ, ਜੀ ਸੁਰਜੀਤ ਹਾਕੀ ਅਕਾਦਮੀ ਦੇ ਵਿੱਚੋਂ ਬਹੁਤ ਸਾਰੇ ਖਿਡਾਰੀ ਨਿਕਲੇ ਨੇ। ਜੀ ਉੜੀਸਾ ਦੀ ਸਰਕਾਰ ਖਿਡਾਰੀਆਂ ਨੂੰ ਹਰ ਤਰ੍ਹਾਂ ਸਪੋਰਟ ਕਰ ਰਹੀ ਹੈ, ਜੀ ਸਪਾਂਸਰਸ਼ਿਪ ਵੀ ਹੈ ਤੇ ਖਿਡਾਰੀਆਂ ਨੂੰ ਹੇਠਲੇ ਪੱਧਰ ਤੇ ਇਨਫਰਾਸਟ੍ਰਕਚਰ ਬਹੁਤ ਜ਼ਿਆਦਾ ਬਣਾ ਕੇ ਦਿੱਤਾ, ਜਿਸ ਕਰਕੇ ਸਾਡੇ ਕੋਲ ਪਨੀਰੀ ਨਿਕਲੀ ਹੈ ਜੀ ਤੇ ਪੰਜਾਬ ਦੇ ਖਿਡਾਰੀ ਵੀ ਉੱਥੇ ਜਾ ਕੇ ਖੇਡਦੇ ਨੇ, ਜੀ ਪ੍ਰੈਕਟਿਸ ਕਰਦੇ ਨੇ। ਇਹ ਸਾਰੀਆਂ ਗੱਲਾਂ ਨਿਕਲੀਆਂ ਨੇ ਤੇ ਫਿਰ ਜਾ ਕੇ ਇੱਥੇ ਗੱਲ ਪਹੁੰਚੀ ਹੈ। ਜੀ ਇਸ ਨੂੰ ਕੰਟੀਨਿਊ ਕਰਨਾ ਪਏਗਾ ਤੇ ਅੱਗੇ ਵਧਾਉਣਾ ਪਏਗਾ। ਜੀ ਜੋ ਬਾਕੀ ਦੇਸ਼ਾਂ ਦੇ ਖਿਡਾਰੀਆਂ ਨੂੰ ਫੈਸਿਲਿਟੀਜ਼ ਨੇ, ਜਿਸ ਤਰ੍ਹਾਂ ਦਾ ਕੋਚਿੰਗ ਦਾ ਸਿਸਟਮ ਹੈ, ਉਹ ਸਾਰੀਆਂ ਗੱਲਾਂ ਨੂੰ ਸਾਨੂੰ ਫੋਲੋ ਕਰਨਾ ਪਏਗਾ ਜੀ ਤੇ ਸਾਨੂੰ ਰਾਜਨੀਤੀ ਛੱਡਣੀ ਪਏਗੀ। ਖੇਤਰੀਵਾਦ ਤੋਂ ਵੀ ਖੜਾ ਛਡਾਉਣ ਦੀ ਲੋੜ ਹੈ। ਇਸ ਦੇ ਵਿੱਚ ਜੀ ਜਿੱਤਦੀ ਹੈ ਤੇ ਸਾਰਾ ਭਾਰਤ ਜਿੱਤਦਾ ਹੈ। ਇਸ ਵਿੱਚ ਸਾਨੂੰ ਕਿਸੇ ਇੱਕ ਖੇਤਰ ਦੀ ਵਾਹ-ਵਾਹ ਕਰਨ ਦੀ ਲੋੜ ਨਹੀਂ। ਉੜੀਸਾ ਵਾਲੇ ਚੰਗਾ ਕਰ ਰਹੇ ਨੇ, ਪੰਜਾਬ ਵਾਲੇ ਤੇ ਕਰ ਹੀ ਰਹੇ ਨੇ। ਇਸ ਬਾਰੇ ਬਹੁਤ ਸਾਰੇ ਖਿਡਾਰੀ ਨੇ ਤੇ ਪੰਜਾਬ ਦੇ ਖਿਡਾਰੀਆਂ ਨੇ ਕੁਝ ਕਰਕੇ ਵੀ ਵਿਖਾਇਆ, ਜਿਸ ਕਰਕੇ ਇਹਨਾਂ ਦਾ ਇੱਥੇ ਮੈਨੂੰ ਹੁਣ ਲੱਗਦਾ ਹੈ ਕਿ ਹੁਣ ਬਿਲਕੁਲ ਰਾਈਟ ਟਾਈਮ ਹੈ ਕਿ ਸਾਡੇ ਕਾਰਪੋਰੇਟ ਅਦਾਰੇ ਅੱਗੇ ਆਉਣ
ਤੇ ਉਹਨਾਂ ਨੂੰ ਇਸ ਕੰਮ ਨੂੰ ਅੱਗੇ ਵਧਾਉਣ ਤੇ ਸਰਕਾਰਾਂ ਉਹਨਾਂ ਦਾ ਸਾਥ ਦੇਣ ਤੇ ਰਾਜਨੀਤੀ ਨੂੰ ਪਿੱਛੇ ਸੁੱਟ ਕੇ ਤੇ ਜਿਹੜਾ ਇਸ ਖੇਡ ਦੀ ਤਰੱਕੀ ਵਾਸਤੇ ਕੰਮ ਕੀਤਾ ਜਾਵੇ। ਇਹ ਸਾਡਾ ਮਾਣ ਹੈ, ਸਾਡੀ ਰਾਸ਼ਟਰੀ ਖੇਡ ਹੈ। ਕੋਈ ਸਾਲ ਪਹਿਲਾਂ ਇਹ ਵੀ ਆਵਾਜ਼ਾਂ ਉੱਠਣ ਲੱਗ ਪਈਆਂ ਸੀ ਕਿ ਇਸ ਨੂੰ ਰਾਸ਼ਟਰੀ ਖੇਡ ਵਜੋਂ ਡ੍ਰੌਪ ਆਊਟ ਕਰਕੇ ਕ੍ਰਿਕਟ ਨੂੰ ਰਾਸ਼ਟਰੀ ਖੇਡ ਜਿਹੜਾ ਹੈ ਉਹ ਤੁਸੀਂ ਐਡ ਕਰ ਲਓ, ਬਣਾ ਲਓ ਤੇ ਉਹ ਸਾਡੀ ਰਾਸ਼ਟਰੀ ਖੇਡ ਹੋਵੇਗੀ। ਇਹ ਕੋਈ ਗੱਲ ਹੋਈ ਭਲਾ? ਕ੍ਰਿਕਟ ਵਿੱਚ ਆਖਰੀ ਵਰਲਡ ਕੱਪ ਅਸੀਂ 2011 'ਚ ਜਿੱਤਿਆ ਸੀ ਤੇ 10 ਸਾਲ ਤੇ ਉੱਥੇ ਵੀ ਜਿੱਤਿਆਂ ਨੂੰ ਹੋ ਗਏ ਨੇ। ਜੇ ਵਰਲਡ ਕੱਪ ਦੀ ਜਾਂ ਵੱਡੇ ਟੂਰਨਾਮੈਂਟਸ ਦੀ ਗੱਲ ਹੈ, ਤੁਸੀਂ ਓਵਰਆਲ ਪਰਫਾਰਮੈਂਸ ਦੇਖੋ ਤੇ ਵਿਸ਼ਵ ਪੱਧਰ ਤੇ ਜਿੱਥੇ ਇੰਨੀ ਦੁਨੀਆ ਸਭ ਤੋਂ ਵੱਡੇ ਖੇਡ ਮੇਲੇ 'ਚ ਪਹੁੰਚੀ ਹੋਈ ਹੈ ਤੇ ਜੇ ਮਾਣ ਉਹਨਾਂ ਨੇ ਕੋਈ ਹਾਸਲ ਕੀਤਾ ਤੇ ਉਹਨਾਂ ਦਾ ਬੈਕ ਜਿਹੜਾ ਹੈ ਹਾਕੀ ਦਾ ਟਾਈਮ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਹੈ। ਜੀ ਤੇ ਕੁਲਦੀਪ ਜੀ, ਹਾਕੀ ਤੋਂ ਬਾਅਦ ਆਪਾਂ ਟੋਕੀਓ ਓਲੰਪਿਕ ਵਿੱਚ ਹੀ ਜਾਂਦੇ ਹਾਂ ਵਾਪਸ ਤੋਂ। ਪੀਵੀ ਸਿੰਧੂ ਨੇ 골ਡ ਮੈਡਲ ਦੀ ਦਾਅਵੇਦਾਰ ਸੀ, ਉਹ ਮੈਚ ਹਾਰ ਗਈ। ਫਿਰ ਉਹ ਬ੍ਰੌਂਜ਼ ਮੈਡਲ ਲਈ ਲੜੀ ਤੇ ਉਹਨੇ ਬ੍ਰੌਂਜ਼ ਮੈਡਲ ਜਿੱਤ ਵੀ ਲਿਆ। ਪਰ ਭਾਰਤੀ ਲੋਕ ਪੀਵੀ ਸਿੰਧੂ ਦੇ ਇਸ ਜਿੱਤ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਨੇ? ਪੀਵੀ ਸਿੰਧੂ ਡੈਫੀਨੇਟਲੀ ਬਹੁਤ ਮਹਾਨ ਖਿਡਾਰਨ ਹੈ। ਉਸਨੇ ਆਪਣੇ ਆਪ ਨੂੰ ਸਾਬਤ ਕੀਤਾ। ਅੱਜ ਦੇ ਸਾਡੇ ਇਤਿਹਾਸ ਵਿੱਚ ਹਾਕੀ ਖਿਡਾਰੀਆਂ ਤੋਂ ਇਲਾਵਾ ਹਾਕੀ ਦੇ ਵਿੱਚ ਕਈ ਖਿਡਾਰੀ ਨੇ ਜਿਹਨਾਂ ਨੇ 3-3 4-4 골ਡ ਮੈਡਲ ਵੀ ਜਿੱਤੇ ਹੋਏ ਨੇ ਵੱਖ-ਵੱਖ ਓਲੰਪਿਕਸ ਵਿੱਚ। ਤੇ ਉਸ ਤੋਂ ਇਲਾਵਾ ਜੇ ਕਿਸੇ ਨੇ ਵਿਅਕਤੀਗਤ ਇਵੈਂਟਸ ਦੇ ਵਿੱਚ ਕੋਈ 2 ਮੈਡਲ ਜਿੱਤੇ ਨੇ ਤੇ ਉਹ 2 ਹੀ ਵਿਅਕਤੀ ਨੇ, ਸੁਸ਼ੀਲ ਕੁਮਾਰ ਜੋ ਇਸ ਵੇਲੇ ਤਿਹਾੜ ਜੇਲ੍ਹ 'ਚ ਹੈ ਤੇ ਦੂਸਰਾ ਪੀਵੀ ਸਿੰਧੂ। ਪੀਵੀ ਸਿੰਧੂ ਜਿਸ ਨੇ ਪਿਛਲੀ ਵਾਰੀ ਸਿਲਵਰ ਮੈਡਲ ਜਿੱਤਿਆ ਸੀ ਤੇ ਇਸ ਵਾਰੀ ਬ੍ਰੌਂਜ਼ ਹੈ। ਇਹ ਵੀ ਆਪਣੇ ਆਪ 'ਚ ਮਾਰਕੇ ਵਾਲੀ ਗੱਲ ਹੈ ਕਿ ਇਹਨਾਂ ਦੇਸ਼ਾਂ ਦਾ ਜ਼ੋਰ ਹੈ, ਦਬਦਬਾ ਹੈ, ਇਹ ਤਾਂ ਸਾਰੇ ਜਾਣਦੇ ਨੇ। ਜਿਵੇਂ ਚਾਈਨਾ ਹੈ, ਜਾਪਾਨ ਹੈ, ਇੰਡੋਨੇਸ਼ੀਆ ਹੈ, ਮਲੇਸ਼ੀਆ ਹੈ, ਸਿੰਗਾਪੁਰ ਹੈ, ਤੇਪਈ ਹੈ। ਇਹਨਾਂ ਦੇਸ਼ਾਂ ਦੀਆਂ ਖਿਡਾਰਨਾਂ ਬਹੁਤ ਅੱਗੇ ਤੇ ਇਹਨਾਂ ਦੇਸ਼ਾਂ ਵਿੱਚ ਖਿਡਾਰੀ ਜਿਹੜੇ ਨੇ ਮੇਲ ਤੇ ਫੀਮੇਲ ਦੋਨੇ ਬਹੁਤ ਅੱਗੇ ਮੰਨੇ ਜਾਂਦੇ ਨੇ। ਪੀਵੀ ਸਿੰਧੂ ਨੇ ਅਚੀਵਮੈਂਟ ਕੀਤੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਥੋੜ੍ਹੀ ਬਹੁਤੀ ਪੋਲੀਟਿਕਸ ਜਿਹੜੀ ਹੈ ਚੱਲਦੀ ਰਹਿੰਦੀ ਹੈ। ਉਹਨਾਂ ਨੂੰ ਉਹਨਾਂ ਦੇ ਸਾਬਕਾ ਕੋਚ ਗੋਪੀ ਚੰਦ ਨੇ ਵੀ ਵਧਾਈ ਦਿੱਤੀ ਹੈ, ਸਾਰੇ ਦੇਸ਼ ਵਾਸੀ ਨੇ ਵਧਾਈ ਦਿੱਤੀ ਹੈ। ਵਧੀਆ ਪਰਫਾਰਮੈਂਸ ਹੈ। ਦੂਜੀ ਵਾਰੀ ਆਪਣੇ ਆਪ ਨੂੰ ਸਾਬਤ ਕਰਨਾ ਬੜਾ ਔਖਾ ਹੁੰਦਾ ਹੈ। ਪਰ ਕਹਿੰਦੇ ਭਾਰਤ ਦੇ ਵਿੱਚ ਜਾਤ ਦੇ ਆਧਾਰ 'ਤੇ ਜਿਹੜਾ ਰੌਲਾ ਹੈ ਮੁੱਕਦਾ ਨਹੀਂ। ਗੂਗਲ ਦੇ ਵਿੱਚ ਗੂਗਲ ਤੇ ਜਦੋਂ ਸਰਚ ਕੀਤੀ ਗਈ ਉਹਨਾਂ ਦੇ ਮੈਡਲ ਜਿੱਤਣ ਤੋਂ ਬਾਅਦ ਤੇ ਇਸ ਗੱਲ ਦੀ ਸਰਚ ਜਿਹੜੀ ਹੈ ਪੀਵੀ ਸਿੰਧੂ ਤੋਂ ਬਾਅਦ ਉਹਨਾਂ ਦੀ ਕਾਸਟ ਜਾਤ ਦਾ ਪਤਾ ਕਰਨ ਵਾਸਤੇ ਜਿਹੜੀ ਸਰਚ ਹੈ ਬਹੁਤ ਕੀਤੀ ਗਈ ਕਿ ਉਹ ਕਿਹੜੀ ਜਾਤੀ ਨਾਲ ਸੰਬੰਧਿਤ ਨੇ। ਇੰਨੀ ਜ਼ਿਆਦਾ ਸਰਚ ਕੀਤੀ ਗਈ ਕਿ ਇਸ ਸਰਚ ਦੇ ਵਿੱਚ 700 ਗੁਣਾ ਵਾਧਾ ਕੀਤਾ ਗਿਆ। ਹਿਮਾ ਦਾਸ ਨਾਂ ਦੀ ਸਾਡੀ ਇੱਕ ਖਿਡਾਰਨ ਹੈ, ਐਥਲੀਟ ਹੈ। ਉਸਨੇ ਜਦੋਂ ਇੱਕ ਜੂਨੀਅਰ ਦੇ ਵਿੱਚੋਂ 골ਡ ਮੈਡਲ ਜਿੱਤਿਆ ਸੀ ਤੇ ਉਸ ਬਾਰੇ ਵੀ ਹਿਮਾ ਦਾਸ ਲਿਖ ਕੇ ਜਦੋਂ ਕਹਿੰਦੇ ਗੂਗਲ ਤੇ ਹਿਮਾ ਦਾਸ ਲਿਖਿਆ ਜਾਂਦਾ ਤੇ ਅੱਗੇ ਕਾਸਟ ਆਪਣੇ ਆਪ ਆ ਜਾਂਦਾ ਹੈ। ਇਹ ਸਾਨੂੰ ਆਪਣੀ ਸੋਚਣੀ ਬਦਲਣ ਦੀ ਲੋੜ ਹੈ। ਅਸੀਂ 21ਵੀਂ ਸਦੀ ਦੇ ਵਿੱਚ ਪਹੁੰਚ ਗਏ ਹਾਂ। ਇਹ ਸਿਰਫ ਇਹ ਜਿਹੜਾ ਹੈ 20 ਤੋਂ 21 ਲਿਖਣ ਨਾਲ ਨਹੀਂ, ਏਕਾ ਲਾਉਣ ਨਾਲ ਨਹੀਂ 21 ਹੋਣਾ। ਅਸੀਂ ਅੱਜ ਵੀ ਕਾਸਟ ਸਿਸਟਮ ਦੇ ਵਿੱਚ ਪਏ ਹੋਏ ਹਾਂ। ਸਾਨੂੰ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰਦਾ। ਸਿਰਫ ਅਸੀਂ ਆਪਣੇ ਅਦਾਰੇ ਦੇ ਜ਼ਰੀਏ ਉਸ ਲੜਕੀ ਦੀ ਉਸ ਮਹਾਨ ਜਿੱਤ ਨੂੰ ਉਹਨੂੰ ਸੈਲੂਟ ਕਰਦੇ ਹਾਂ। ਤੇ ਕੁਲਦੀਪ ਜੀ, ਆਪਾਂ ਟੋਕੀਓ ਓਲੰਪਿਕ ਤੇ ਹੀ ਰਵਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਸੋ ਦਰਸ਼ਕੋ, ਵਿਚਾਰ ਚਰਚਾ ਪ੍ਰੋਗਰਾਮ 'ਚ ਅਗਲੇ ਮੁੱਦਿਆਂ ਤੇ ਗੱਲਬਾਤ ਜਾਰੀ ਰੱਖਾਂਗੇ। ਇਸ ਬ੍ਰੇਕ ਤੋਂ ਬਾਅਦ ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਟੋਕੀਓ ਓਲੰਪਿਕ ਦੀ ਆਪਾਂ ਗੱਲਬਾਤ ਕਰ ਰਹੇ ਸੀ, ਭਾਰਤੀ ਖਿਡਾਰੀਆਂ ਦੀ ਗੱਲਬਾਤ ਕਰ ਲਈ ਤੇ ਹੁਣ ਟੋਕੀਓ ਓਲੰਪਿਕ ਵਿੱਚ ਇੱਕ ਮਤਲਬ ਅਜੀਬ ਜਿਹਾ ਜਾਂ ਦਿਲਚਸਪ ਕਹਿ ਸਕਦੇ ਹਾਂ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਉਹ ਮੁਕਾਬਲੇ ਦੇ ਵਿੱਚ 2 ਖਿਡਾਰੀਆਂ ਨੂੰ ਸੋਨ ਤਗਮਾ ਦਿੱਤਾ ਗਿਆ। ਸਾਂਝਾ ਦਿੱਤਾ ਗਿਆ, ਕਿਉਂ ਦਿੱਤਾ ਗਿਆ, ਇਹਦੇ ਬਾਰੇ ਤੁਸੀਂ ਦੱਸ ਦਿਓ। ਹਾਈ ਜੰਪ ਦਾ ਇਹ ਮੁਕਾਬਲਾ ਸੀ ਜੀ। ਉੱਚਾ ਜੰਪ ਕੌਣ ਲਾਉਂਦਾ ਹੈ, ਇਸ ਦਾ ਮੁਕਾਬਲਾ 2.37 ਮੀਟਰਸ ਜੀ ਤੇ ਆ ਕੇ 2 ਖਿਡਾਰੀ ਅਟਕ ਗਏ। ਕਤਰ ਦੇ ਮੁਤਾਜ਼ ਬਾਰਸ਼ਿਮ ਜੀ ਤੇ ਇਟਲੀ ਦੇ ਜਾਨ ਮਾਰਕੋ ਟ੍ਰੈਂਬੇਰੀ ਜੀ। ਇਹ ਦੋਵੇਂ ਖਿਡਾਰੀ 2.37 ਤੇ ਇਹਨਾਂ ਨੇ ਬਾਰ ਕਰਕੇ ਜੰਪ ਲਗਾਇਆ ਤੇ ਦੋਨੇ ਕ੍ਰਾਸ ਕਰ ਗਏ ਜੀ। ਇਹ ਪਹਿਲਾਂ ਵੀ ਨੋਨ ਨੇ। ਹਾਈ ਜੰਪ ਦੇ ਵਿੱਚ ਇਹਨਾਂ ਨੇ ਕਈ ਜਿਹੜੇ ਮੁਕਾਬਲੇ ਨੇ ਜਿੱਤੇ ਹੋਏ ਨੇ, ਓਲੰਪਿਕ ਦੇ ਵਿੱਚੋਂ ਵੀ ਮੈਡਲ ਨੇ ਜੀ। ਹੁਣ ਉਹ ਜਦੋਂ ਇੱਕੋ ਹੀ ਲੈਵਲ ਤੇ ਹੋਣ 2 ਖਿਡਾਰੀ ਤੇ ਫਿਰ ਉਹਨਾਂ ਵਿੱਚੋਂ ਫਾਈਨਲਿਸਟ ਕੌਣ ਹੈ ਤੇ ਜੇਤੂ 골ਡ ਮੈਡਲ ਕਿਹਦੇ ਪੱਲੇ ਪੈਣਾ ਤੇ ਸਿਲਵਰ ਕਿਹਦੇ ਪੱਲੇ ਪੈਣਾ ਜੀ, ਉਹ ਮੁਕਾਬਲੇ ਹੁੰਦੇ ਨੇ ਜੀ। ਆਮ ਤੌਰ ਤੇ ਇੰਨਾ ਕਲੋਜ਼ ਮੁਕਾਬਲਾ ਹੁੰਦਾ ਨਹੀਂ। ਇਹ ਦੱਸਿਆ ਜਾਂਦਾ ਹੈ ਕਿ ਪਿਛਲੀ ਓਲੰਪਿਕ ਦੇ ਵਿੱਚ ਕਾਫੀ ਕਲੋਜ਼ ਆਇਆ ਸੀ ਪਰ ਫਿਰ ਵੀ ਕੁਝ ਪੁਆਇੰਟਾਂ ਦਾ ਅੰਤਰ ਸੀ ਜੀ।
ਹੁਣ ਇੱਕੋ ਵਾਰੀ ਇੱਕੋ ਜਗ੍ਹਾ ਤੇ ਬਾਰ ਲੱਗੀ ਹੋਈ ਹੈ ਤੇ ਉਸ ਤੇ ਬਾਰ-ਬਾਰ ਉਹ ਜੰਪ ਕਰ ਰਹੇ ਨੇ ਜੀ ਤੇ ਇਟਲੀ ਦੇ ਖਿਡਾਰੀ ਥੋੜਾ ਜਿਹਾ ਅਨਫਿਟ ਹੋ ਜਾਂਦਾ ਹੈ, ਸੱਟ ਉਹਦੇ ਲੱਗ ਜਾਂਦੀ ਹੈ ਜੀ ਤੇ ਕਤਰ ਦੇ ਕੋਲ ਮੁਕਾਬਲਾ ਸੀ ਕਿ ਉਹ ਜਿੱਤ ਲੈਂਦਾ ਇਸ ਨੂੰ ਵਧਾ ਕੇ ਜਾਂ ਕਿਵੇਂ। ਪਰ ਕਿਉਂਕਿ ਇਹ ਜਿੰਨੀਆਂ ਵੀ ਟਰਾਈ ਹੁੰਦੀਆਂ ਨੇ ਇਹਦੇ ਵਿੱਚੋਂ ਬੈਸਟ ਲਈ ਜਾਂਦੀ, ਇਸ ਦੀ ਔਸਤ ਨਹੀਂ ਕੱਢੀ ਜਾਂਦੀ ਜੀ ਹੁਣ ਜਿਹੜੀ ਤੁਹਾਡੀ ਸਭ ਤੋਂ ਉੱਚੀ ਟਰਾਈ ਜਿਹੜੀ ਸੀ ਉਹ ਤੇ ਉਹੀ ਰਹਿਣੀ ਸੀ ਜੀ ਹੁਣ ਕੀ ਪਤਾ ਇੰਨੀਆਂ ਟਰਾਈਆਂ ਲਾਉਣ ਦੇ ਬਾਵਜੂਦ, ਇੰਨੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕਤਰ ਦਾ ਜਿਹੜਾ ਖਿਡਾਰੀ ਸੀ ਉਹ ਵੀ ਨਾ ਪਾਰ ਕਰ ਸਕਦਾ। ਜੀ ਹੁਣ ਜਦੋਂ ਇਟਲੀ ਦਾ ਖਿਡਾਰੀ ਜਿਹੜਾ ਸੀ ਉਹਦੇ ਸੱਟ ਲੱਗ ਗਈ ਤੇ ਫਿਰ ਕਤਰ ਦੇ ਖਿਡਾਰੀ ਨੇ ਉਸ ਕੋਲ ਜਾ ਕੇ ਜਿਹੜੀ ਗੱਲ ਕੀਤੀ ਵੀ ਕਿਉਂ ਨਾ ਅਸੀਂ ਜਿਹੜਾ 골ਡ ਮੈਡਲ ਹੈ ਸਾਂਝਾ ਕਰ ਲਈਏ ਜੀ ਤੇ ਉਹਨਾਂ ਨੇ ਉੱਥੇ ਖੜੇ ਜਿਹੜੇ ਅਧਿਕਾਰੀ ਸੀ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਤਾਬਾਂ ਫੋਲੀਆਂ ਜੀ ਜਾਂ ਕਿਸੇ ਨੂੰ ਪੁੱਛਿਆ ਹੋਵੇਗਾ ਜੀ ਜਿਹੜੇ ਉਹਨਾਂ ਦੇ ਕੀ ਨਿਯਮ ਨੇ, ਕਾਨੂੰਨ ਨੇ, ਤੇ ਉਹਨਾਂ ਕਿਹਾ ਹੋ ਸਕਦਾ ਹੈ ਜੀ 2 골ਡ ਮੈਡਲ ਮਿਲ ਸਕਦੇ ਨੇ ਇਸ ਈਵੈਂਟ 'ਚ। ਜੀ ਪਰ ਇਸ ਤੇ ਥੋੜੀ ਜਿਹੀ ਬਹਿਸ ਛਿੜੀ ਆ। ਜੀ ਇੱਕ ਪਾਸੇ ਤਾਂ ਮੀਡੀਆ ਦੇ ਇੱਕ ਹਿੱਸੇ ਨੇ ਇਸ ਨੂੰ ਇਨਸਾਨੀਅਤ ਦੀ ਮਿਸਾਲ ਵਜੋਂ ਵੇਖਿਆ ਜੀ ਕਿ ਉਸ ਤੇ ਸੱਟ ਲੱਗੀ ਹੋਈ ਸੀ ਤੇ ਉਸ ਜਾ ਕੇ ਉਹਦੇ ਕੋਲ ਜਿਹੜਾ ਸੀ ਮੈਡਲ ਸਾਂਝਾ ਕਰਨ ਦੀ ਗੱਲ ਕੀਤੀ। ਜੀ ਹੁਣ ਇਸ ਤੇ 2 골ਡ ਮੈਡਲ ਦੇ ਦੇਣੇ ਜੀ ਇੱਕ ਨਵੇਂ ਵਿਵਾਦ ਨੂੰ ਵੀ ਜਨਮ ਦਿੱਤਾ ਇਸ ਨੇ। ਜੀ ਇਸ ਨੂੰ ਇਨਸਾਨੀਅਤ ਦੀ ਮਿਸਾਲ ਵਜੋਂ ਇਹ ਤਾਂ ਕਹਿ ਸਕਦੇ ਨੇ ਕਿ ਦੋਨਾਂ ਨੇ ਆਪਸ ਵਿੱਚ ਜੱਫੀਆਂ ਪਈਆਂ, ਗਲੇ ਮਿਲੇ, ਜੀ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਜੀ ਤੇ ਦੋਨਾਂ ਨੂੰ ਖੜੇ ਹੋ ਕੇ ਪੋਡੀਅਮ ਤੇ ਜਿਹੜਾ ਸੀ 골ਡ ਮੈਡਲ ਗਲ ਵਿੱਚ ਪਾ ਦਿੱਤਾ ਗਿਆ। ਜੀ ਪਰ ਜਿਹੜਾ ਵਿਵਾਦ ਹੈ ਉਹ ਇਹ ਹੈ ਕਿ ਕਈ ਦੁਨੀਆ ਦੇ ਸਾਬਕਾ ਖਿਡਾਰੀ ਜਿਹੜੇ ਇਸੇ ਤਰ੍ਹਾਂ ਦੇ ਮੁਕਾਬਲਿਆਂ ਦੇ ਵਿੱਚ ਕਿਸੇ ਨੂੰ ਸਿਲਵਰ ਨਾਲ ਜਾਂ 골ਡ ਨਹੀਂ ਮਿਲਿਆ ਜਾਂ ਸਿਲਵਰ ਨਾਲ ਸਬਰ ਕਰਨਾ ਪੈ ਗਿਆ ਜਾਂ ਸਿਲਵਰ ਨਹੀਂ ਮਿਲਿਆ ਤੇ ਬ੍ਰੌਂਜ਼ ਨਾਲ ਸਬਰ ਜਿਹੜਾ ਕਰਨਾ ਪੈ ਗਿਆ ਤੇ ਜਾਂ ਬ੍ਰੌਂਜ਼ ਤੱਕ ਪਹੁੰਚਦੇ ਰਹਿ ਗਏ। ਜੀ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਹੈ ਕਿ ਸਾਨੂੰ ਜਦੋਂ ਸਾਡਾ ਕਿਤੇ ਮੁਕਾਬਲਾ ਅਜਿਹਾ ਫਸਿਆ ਹੋਇਆ ਸੀ ਜੀ ਤੇ ਸਾਨੂੰ ਕਈ ਘੰਟੇ ਜਿਹੜਾ ਸੀ ਦੁਬਾਰਾ ਕੋਸ਼ਿਸ਼ਾਂ ਕਰਵਾ ਕੇ ਜ਼ੋਰ ਲਵਾ ਕੇ ਸਾਨੂੰ ਬਹੁਤ ਜ਼ਿਆਦਾ ਖਿੱਚਿਆ ਗਿਆ ਤਾਂ ਕਿ ਕਿਸੇ ਨਤੀਜੇ ਤੇ ਪਹੁੰਚੀਏ। ਜੀ ਤੇ ਇਹ ਖਿਡਾਰੀਆਂ ਨੇ ਆਪਸ ਵਿੱਚ ਸਲਾਹ ਕਿਵੇਂ ਕਰ ਲਈ? ਜੀ ਕੀ ਖਿਡਾਰੀਆਂ ਦੀ ਸਲਾਹ ਤੇ ਓਲੰਪਿਕ ਕਮੇਟੀ ਜਾਂ ਓਲੰਪਿਕ ਖੇਡਾਂ ਚੱਲਦੀਆਂ ਨੇ ਜੀ ਤੇ ਜਾਂ ਕੋਈ ਇਸ ਦੇ ਬਾਰੇ ਕੋਈ ਪੱਕਾ ਨਿਯਮ ਹੈ? ਜੀ ਹੁਣ ਇਸ ਤੇ ਵਿਵਾਦ ਛਿੜਿਆ, ਇੱਕ ਪਾਸੇ ਇਨਸਾਨੀਅਤ ਤੇ ਦੂਜੇ ਪਾਸੇ ਨਿਯਮ। ਜੀ ਅਸਲ ਤਾਂ ਗੱਲ ਇਹ ਹੈ ਕਿ ਨਿਯਮ ਦੇ ਹਿਸਾਬ ਨਾਲ ਹੀ ਕਿਸੇ ਨੂੰ ਮੈਡਲ ਜਿਹੜੇ ਸੀ ਦਿੱਤੇ ਜਾਂਦੇ ਤੇ ਜ਼ਿਆਦਾ ਬਿਹਤਰ ਸੀ। ਜੀ ਸ਼ੇਅਰ ਕਰਨ ਦਾ ਰਿਵਾਜ ਜਿਹੜਾ ਹੁਣ ਫਰਜ਼ ਕਰੋ ਅੱਜ ਸੈਮੀਫਾਈਨਲ ਹਾਕੀ ਦਾ ਜਿਹੜਾ ਭਾਰਤ ਤੇ ਬੈਲਜੀਅਮ ਦਰਮਿਆਨ ਹੋਇਆ, ਜੀ ਜੇ ਪੂਰੇ ਸਮੇਂ ਦੇ ਵਿੱਚ ਕੋਈ ਦੋਵੇਂ ਟੀਮਾਂ ਬਰਾਬਰ ਗੋਲਾਂ ਤੇ ਹੁੰਦੀਆਂ ਜੀ ਫਿਰ ਜਾਂ ਐਕਸਟਰਾ ਟਾਈਮ ਮਿਲਣਾ ਸੀ ਜਾਂ ਪੈਨਲਟੀ ਸ਼ੂਟ ਆਊਟ ਹੋਣਾ ਸੀ। ਜੀ ਤੇ ਪੈਨਲਟੀ ਸ਼ੂਟ ਆਊਟ ਜਿਹੜਾ ਹੈ ਉਦੋਂ ਤੱਕ ਚੱਲਣਾ ਸੀ ਜਦੋਂ ਤੱਕ ਉਹ ਫਰਕ ਨਹੀਂ ਸੀ ਪੈ ਜਾਂਦਾ। ਜੀ ਕਈ ਵਾਰੀ ਉਹ ਕਿੰਨਾ ਲੰਬਾ ਖਿੱਚਿਆ ਜਾਂਦਾ ਹੈ। ਟੈਨਿਸ ਦੇ ਵਿੱਚ ਵੀ, ਵਾਲੀਬਾਲ 'ਚ ਵੀ, ਬੈਡਮਿੰਟਨ 'ਚ ਵੀ ਇਸ ਤਰ੍ਹਾਂ ਕਿੰਨੇ ਲੰਬੇ ਮੈਚ ਜਿਹੜੇ ਨੇ ਖਿੱਚੇ ਜਾਂਦੇ ਨੇ। ਜੀ ਸੋ ਇਹ ਵਾਜਬ ਨਹੀਂ ਜਾਪਿਆ। ਇਹ ਗੱਲ ਆਮ ਤੌਰ ਤੇ ਜਿਹੜੇ ਪੁਰਾਣੇ ਵੱਡੇ ਐਥਲੀਟ ਨੇ, ਸੀਨੀਅਰ ਐਥਲੀਟ ਨੇ, ਰਿਟਾਇਰ ਹੋ ਚੁੱਕੇ ਨੇ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਖਿਡਾਰੀਆਂ ਦੇ ਹੱਥ ਵਿੱਚ ਇਹ ਗੱਲ ਨਹੀਂ ਦੇਣੀ ਚਾਹੀਦੀ। ਇਸ ਤਰ੍ਹਾਂ 2 ਜਣੇ ਸਲਾਹ ਕਰਕੇ ਕਹਿਣ ਕਿ ਸਾਨੂੰ ਦੋਨਾਂ ਨੂੰ ਦੇ ਦਿਓ, ਇਹ ਗੱਲ ਵਾਜਬ ਨਹੀਂ। ਜੀ ਤੇ ਕੁਲਦੀਪ ਜੀ, ਹੁਣ ਗੱਲ ਕਰੋਨਾ ਕਾਲ ਦੇ ਪਰਛਾਵੇਂ ਹੇਠ ਸਕੂਲਾਂ ਦੇ ਖੁੱਲਣ ਦੀ ਹੈ। ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਵੱਡੀਆਂ ਜਮਾਤਾਂ ਦੇ ਸਕੂਲ ਖੋਲ੍ਹੇ ਜਾਣਗੇ ਤੇ ਹੁਣ ਸਾਰੀਆਂ ਜਮਾਤਾਂ ਲਈ ਸਕੂਲ ਖੋਲ੍ਹ ਦਿੱਤੇ ਗਏ ਨੇ ਤੇ ਤੁਸੀਂ ਇਸ ਸਾਰੇ ਮਾਮਲੇ ਨੂੰ ਕਿਸ ਨਜ਼ਰੀਏ ਤੋਂ ਵੇਖਦੇ ਹੋ? ਸਕੂਲਾਂ ਦੇ ਖੋਲ੍ਹਣ ਦੀ ਲੋੜ ਹੈ ਜੀ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਜੀ ਉਹਦੇ ਬੱਚਿਆਂ ਦੀ ਪੜ੍ਹਾਈ ਤੋਂ ਇਲਾਵਾ ਵੀ ਕਈ ਕਾਰਨ ਨੇ। ਜੀ ਕਈ ਸਕੂਲ ਵੀ ਇਹੋ ਜਿਹੇ ਨੇ ਜਿਨ੍ਹਾਂ ਨੇ ਅਧਿਆਪਕਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਇੰਨੇ ਸਮੇਂ ਤੋਂ। ਜੀ ਖਾਸ ਤੌਰ ਤੇ ਪ੍ਰਾਈਵੇਟ ਸਕੂਲਾਂ ਦੀ ਗੱਲ ਹੈ। ਜੀ ਤੇ ਉਹ ਬਹਾਨਾ ਉਹਨਾਂ ਨੇ ਲਾਇਆ ਕਿ ਸਾਡੇ ਕੋਲ ਫੀਸਾਂ ਵੀ ਕਰਾਉਣ ਦਾ ਪੂਰਾ ਸਿਸਟਮ ਨਹੀਂ, ਅਸੀਂ ਆਨਲਾਈਨ ਪੜ੍ਹਾਈ ਕਰਾ ਰਹੇ ਹਾਂ ਤੇ ਕੁਝ ਫੀਸ ਸਾਨੂੰ ਆ ਰਹੀ ਹੈ, ਇਸ ਕਰਕੇ ਅਸੀਂ ਤਨਖਾਹ ਵੀ ਨਹੀਂ ਦੇ ਸਕਦੇ। ਜੀ ਪਰ ਸਭ ਤੋਂ ਵੱਧ ਜਿਹੜੀ ਮਾਰ ਪਈ ਛੋਟੇ ਸਕੂਲਾਂ ਦੇ ਵਿੱਚ, ਉਹ ਜਿਹੜੀਆਂ ਬੱਸਾਂ ਤੇ ਡਰਾਈਵਰ ਤੇ ਉਹਨਾਂ ਦੇ ਮਾਲਕ ਕੰਡਕਟਰ ਸਨ, ਜੀ ਉਹਨਾਂ ਸਾਰਿਆਂ ਨੂੰ ਇਸ ਕਰੋਨਾ ਦੀ ਮਾਰ ਨੇ ਬਹੁਤ ਝੰਬਿਆ। ਜੀ ਕਿਉਂਕਿ ਉਹਨਾਂ ਦਾ ਰੁਜ਼ਗਾਰ ਇਸੇ ਤੇ ਸੀ ਵਸੀਲਾ, ਤੇ ਇੰਨੇ ਜ਼ਿਆਦਾ ਕੋਈ ਕਿਸੇ ਅਮੀਰ ਗਰੁੱਪ ਦੇ ਨਾਲ ਸੰਬੰਧਿਤ ਹੁੰਦੇ ਨਹੀਂ ਉਹ ਲੋਕ। ਜੀ ਕਈਆਂ ਨੇ ਆਪਣੇ ਲੋਨ ਲੈ ਕੇ, ਉਹਨਾਂ ਨੇ ਕਰਜ਼ਾ ਲੈ ਕੇ ਵਿਆਜ ਤੇ ਵੈਨਾਂ ਜਾਂ ਬੱਸਾਂ ਲਈਆਂ ਹੋਈਆਂ ਸੀ, ਜੀ ਜਿਨ੍ਹਾਂ ਦੀਆਂ ਕਿਸ਼ਤਾਂ ਤੇ ਉਹਨਾਂ ਨੂੰ ਆਉਂਦੀਆਂ ਰਹੀਆਂ। ਜੀ ਉਹ ਤਾਂ ਕਿਤੇ ਰੁਕੀਆਂ ਨਾ, ਜੀ ਪਰ ਕੰਮ ਰੁਕਿਆ। ਜੀ ਹੁਣ ਸਭ ਤੋਂ ਵੱਧ ਮਾਰ ਉਹਨਾਂ ਨੂੰ ਪਈ, ਉਹ ਨਿਕਲੇ ਨੇ, ਉਹਨਾਂ ਨੂੰ ਰੁਜ਼ਗਾਰ ਮਿਲਣਾ ਸ਼ੁਰੂ ਹੋਇਆ, ਉਹਨਾਂ ਦੀਆਂ ਕਿਸ਼ਤਾਂ ਚੱਲਣਗੀਆਂ ਤੇ ਉਹਨਾਂ ਦੀ ਰੋਜ਼ੀ ਰੋਟੀ ਵੀ ਚੱਲੇਗੀ। ਜੀ ਇਹ ਤਾਂ ਇੱਕ ਚੰਗਾ ਪੱਖ ਹੈ। ਜੀ ਦੂਸਰਾ ਚੰਗਾ ਪੱਖ ਇਹ ਹੈ ਕਿ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਸੀ, ਕਿਉਂਕਿ ਸਾਡਾ ਇੰਨਾ ਵਿਕਸਿਤ ਸਿਸਟਮ ਨਹੀਂ ਹੈ ਕਿ ਜਿਸ ਦੇ ਜ਼ਰੀਏ ਅਸੀਂ ਉਮੀਦ ਰੱਖ ਸਕੀਏ ਕਿ ਸਾਡੇ
ਜਿਹੜੇ ਡਾਟਾ ਹੈ ਉਹ ਸਹੀ ਤਰੀਕੇ ਨਾਲ ਚੱਲਦਾ ਹੈ। ਦੂਰ ਦੁਰਾਡੇ ਦੇ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਉਹਨਾਂ ਕੋਲ ਸਮਾਰਟਫੋਨ ਜਾਂ ਟੈਬ ਜਾਂ ਕੋਈ ਇਸ ਤਰ੍ਹਾਂ ਦੇ ਯੂਨਿਟ ਹਨ ਜਿੱਥੇ ਉਹ ਬੈਠ ਕੇ ਪੜ੍ਹਾਈ ਕਰ ਸਕਦੇ ਨੇ ਜੀ। ਇਸ ਆਨਲਾਈਨ ਕਲਾਸਾਂ ਦੇ ਸਿਸਟਮ ਨਾਲ ਜੁੜੇ ਹੋਏ ਲੋਕ ਦੱਸਦੇ ਨੇ ਕਿ ਆਮ ਤੌਰ ਤੇ ਤਕਰੀਬਨ 35 ਤੋਂ 40% ਵੱਧ ਤੋਂ ਵੱਧ ਹਾਜ਼ਰੀ ਜਿਹੜੀ ਆ ਬੱਚਿਆਂ ਦੀ ਰਹੀ ਆ, ਬਾਕੀ ਗੈਰ ਹਾਜ਼ਰੀ ਰਹੇ ਨੇ ਜੀ। ਕਿਸੇ ਦਾ ਫੋਨ ਨਹੀਂ ਚੱਲਦਾ। ਟੀਚਰਾਂ ਨੇ ਵੀ ਇਹ ਸ਼ਿਕਾਇਤ ਕੀਤੀ ਕਿ ਕਈਆਂ ਦੇ ਮਾਪੇ ਵਿੱਚ ਆ ਕੇ ਬੋਲਣ ਲੱਗ ਪੈਂਦੇ ਨੇ ਤੇ ਕਲਾਸਰੂਮ ਵਰਗੀ ਸਾਡੇ ਕੋਲ ਗੱਲ ਹੀ ਨਹੀਂ ਤੇ ਸਾਨੂੰ ਜਿਹੜੀ ਟ੍ਰੇਨਿੰਗ ਜਿਹੜੀ ਪੜਾਉਣ ਦੀ ਹੁੰਦੀ ਹੈ ਸਿਰਫ ਕਲਾਸਰੂਮਾਂ ਦੇ ਵਿੱਚ ਹੁੰਦੀ ਹੈ। ਇਸ ਕੰਮ ਵਾਸਤੇ ਸਾਡੀ ਟ੍ਰੇਨਿੰਗ ਸੀ ਹੀ ਨਹੀਂ ਜੀ। ਤੇ ਕਿਸੇ ਨੇ ਸੋਚਿਆ ਵੀ ਨਹੀਂ ਕਿ ਇਹ ਬਿਮਾਰੀ ਇੰਨਾ ਲੰਬਾ ਸਮਾਂ ਚੱਲੇਗੀ। ਪਿਛਲੇ ਸਾਲ ਮਾਰਚ ਤੋਂ ਬੰਦ ਹੈ ਸਾਰਾ ਕੁਝ ਜੀ ਤੇ ਮਾਰਚ ਤੋਂ ਲੈ ਕੇ ਅਗਸਤ ਮਹੀਨਾ ਆ ਗਿਆ ਤੇ ਸਕੂਲ ਹੁਣ ਖੁੱਲਣ ਜਾ ਰਹੇ ਨੇ। ਕਿਸੇ ਨੇ ਮਹੀਨਾ 2 ਮਹੀਨੇ ਲਾ ਕੇ ਪਹਿਲਾਂ ਜਾਂ ਤਾਂ ਟੀਚਰਾਂ ਨੂੰ ਸਮਾਰਟਫੋਨ ਦਿੰਦੇ ਜਾਂ ਟੈਬ ਦਿੰਦੇ ਸਰਕਾਰ ਜਾਂ ਕੋਈ ਪ੍ਰਾਈਵੇਟ ਸਕੂਲਾਂ ਵਾਲੇ ਤੇ ਉਹਨਾਂ ਨੂੰ ਪਹਿਲਾਂ ਟ੍ਰੇਨਿੰਗ ਦਿੰਦੇ ਤੇ ਫਿਰ ਉਹ ਗਾਂ ਬੱਚਿਆਂ ਨੂੰ ਸਮਝਾਉਂਦੇ ਦੱਸਦੇ ਕਿ ਸਾਰਾ ਸਿਸਟਮ ਬਣ ਨਹੀਂ ਸਕਿਆ। ਨਤੀਜੇ ਅੱਜ ਆ ਰਹੇ ਨੇ। ਅੱਜ ਵੀ ਅਸੀਂ ਪ੍ਰੋਗਰਾਮ ਕਰ ਰਹੇ ਤੇ ਨਤੀਜੇ ਜਿਹੜੇ ਨੇ ਐਲਾਨੇ ਜਾ ਰਹੇ ਨੇ। ਇਹ ਸਾਰਾ ਸਿਸਟਮ ਪੜ੍ਹਾਈ ਦਾ ਵਿਗੜਿਆ ਹੋਇਆ। ਇਸ ਨੂੰ ਸਹੀ ਕਰਨ ਲਈ ਸਕੂਲਾਂ ਦਾ ਲਾਉਣਾ ਜ਼ਰੂਰੀ ਸੀ ਪਰ ਕੁਝ ਚੀਜ਼ਾਂ ਨੂੰ ਜਿਹੜਾ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਚਲੋ ਵਾਲੀ ਗੱਲ ਹੈ ਕਿ ਕਰ ਦਿਓ ਕੁਝ ਨਹੀਂ ਹੁੰਦਾ। ਮਾਹਿਰ ਇਹ ਕਹਿੰਦੇ ਸੀ ਕਿ ਪਹਿਲਾਂ ਛੋਟੀਆਂ ਕਲਾਸਾਂ ਦੇ ਜਿਹੜੇ ਸਕੂਲ ਆ ਉਹ ਖੋਲੋ। ਸੀਰੋ ਸਰਵੇ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਬੱਚਿਆਂ ਦੇ ਵਿੱਚ ਇਮਿਊਨਿਟੀ ਜਿਹੜੀ ਹੈ 60 ਤੋਂ 70% ਦੀ ਵੱਧ ਹੈ। ਐਂਟੀਬਾਡੀਜ਼ ਉਹਨਾਂ 'ਚ ਆਲਰੇਡੀ ਵਿਕਸਿਤ ਨੇ। ਇਸ ਤੋਂ ਬਾਅਦ ਵੀ ਜੇ ਕਿਸੇ ਵਾਇਰਸ ਦੇ ਨਾਲ ਵਾਇਰਲ ਇਨਫੈਕਸ਼ਨ ਉਹਨਾਂ ਨੂੰ ਹੁੰਦੀ ਹੈ ਤਾਂ ਉਹਨਾਂ ਵਿੱਚ ਲੜਨ ਦੀ ਸਮਰੱਥਾ ਜਿਹੜੀ ਹੈ ਉਹ 16 ਸਾਲ ਤੋਂ ਉੱਪਰ ਦੇ ਬੰਦਿਆਂ 'ਚ ਘੱਟ ਹੈ, ਉਸ ਤੋਂ ਥੱਲੇ ਵਾਲਿਆਂ 'ਚ ਵੱਧ ਹੈ। ਬਿਹਤਰ ਤਰੀਕੇ ਨਾਲ ਲੜ ਸਕਦੇ ਨੇ। ਇਸ ਗੱਲ ਦੀ ਪੁਸ਼ਟੀ ਇਸ ਨਾਲ ਵੀ ਹੁੰਦੀ ਹੈ ਕਿ ਜੋ ਇੰਨੀ ਮਾਰ ਪਈ ਹੈ ਦੂਸਰੀ ਲਹਿਰ ਦੇ ਸਮੇਂ ਦੇ ਵਿੱਚ ਇਸ ਦੌਰਾਨ ਬੱਚੇ ਰਿਲੇਟਿਵਲੀ ਕਾਫੀ ਸੇਫ ਰਹੇ ਨੇ, ਸੁਰੱਖਿਅਤ ਰਹੇ ਨੇ। ਹੁਣ ਇਹ ਜਦੋਂ ਖੋਲ ਰਹੇ ਨੇ ਇੱਕ ਤੇ ਉਲਟਾ ਖੋਲਿਆ। ਪਹਿਲਾਂ ਵੱਡੇ ਇੰਸਟੀਚਿਊਟ ਫਿਰ ਹਾਇਰ ਸੈਕੰਡਰੀ ਫਿਰ ਹਾਈ ਸਕੂਲ ਤੇ ਹੁਣ ਪ੍ਰਾਇਮਰੀ ਜਿਹੜੇ ਐਲੀਮੈਂਟਰੀ ਸਕੂਲ ਜਿਹੜੇ ਨੇ ਉਹ ਖੋਲੇ ਗਏ ਨੇ ਪਰ ਕੰਮ ਚੱਲ ਪਿਆ। ਹੁਣ ਜਿਹੜੇ ਮਾੜੇ ਪੱਖ ਨੇ ਉਹਨਾਂ ਦੇ ਗਣਾਉਂਦਿਆਂ ਦੇ ਅੱਗੇ ਚੱਲਦੇ ਆਪਾਂ। ਉਹਦੇ ਵਿੱਚ ਇਹ ਹੈ ਕਿ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਕਿ ਤੁਸੀਂ ਸਕੂਲ ਖੋਲ ਰਹੇ ਹੋ ਜਿਹੜੇ ਘੱਟੋ ਘੱਟ ਨਹੀਂ ਤੇ 16-17 ਮਹੀਨਿਆਂ ਤੋਂ ਬੰਦ ਨੇ ਤੇ ਤੁਸੀਂ ਉਹਨਾਂ ਨੂੰ ਖੋਲਣ ਤੋਂ ਪਹਿਲਾਂ ਥੋੜੇ ਜਿਹਾ 1 ਹਫ਼ਤੇ ਦਾ ਸਮਾਂ ਤੇ ਦਿਓ ਤਾਂ ਕਿ ਤਿਆਰੀ ਤਾਂ ਸਾਰੇ ਕਰ ਲੈਣ। ਹੁਣ 1 ਹਫ਼ਤੇ ਨਾਲ ਕੀ ਹੋਣ ਲੱਗਾ ਤਿਆਰੀ ਦੇ ਵਿੱਚ ਬਰਸਾਤ ਦਾ ਮੌਸਮ ਹੈ। ਸਕੂਲਾਂ ਦੀਆਂ ਇਮਾਰਤਾਂ ਹੀ ਕਈਆਂ ਦੀਆਂ ਇੰਨੀਆਂ ਵਧੀਆ ਨਹੀਂ। ਕੋਈ ਉੱਥੇ ਕੋਈ ਜਾਨਵਰ ਹੋ ਸਕਦਾ ਹੈ, ਕੋਈ ਕੁਛ ਹੋ ਸਕਦਾ ਹੈ। ਬੰਦ ਪਏ ਨੇ ਕਮਰੇ, ਉਹਨਾਂ ਦੀ ਸਾਫ਼ ਸਫਾਈ ਹੈ, ਉਹਨਾਂ ਦੀ ਸੈਨੀਟੇਸ਼ਨ ਹੈ। ਉਹਨਾਂ ਨੂੰ ਸੈਨੀਟਾਈਜ਼ ਕਰਵਾ ਕੇ ਸਾਰਾ ਕੁਛ ਸਿਸਟਮ ਬਣਾ ਕੇ ਉਹਨਾਂ ਦੇ ਬਾਥਰੂਮ ਵਗੈਰਾ ਹੋਰ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਹੀ ਤਰੀਕੇ ਨਾਲ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਤੇ ਉਸ ਦੇ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਤੇ ਫਿਰ ਸਕੂਲਾਂ ਨੂੰ ਖੋਲ੍ਹਿਆ ਜਾਂਦਾ। ਚਲੋ ਇਹ ਵੀ ਮੰਨ ਲੈਂਦੇ ਆ ਕਿ ਸਰਕਾਰ ਨੇ ਸੋਚਿਆ ਹੋਵੇਗਾ ਕਿ ਪਤਾ ਹੀ ਹੈ ਸਾਰਿਆਂ ਨੂੰ, ਦਿਸ਼ਾ ਨਿਰਦੇਸ਼ ਅਸੀਂ ਲਿਖ ਕੇ ਦੇ ਦਿੱਤੇ, ਹੁਣ ਸਾਰਿਆਂ ਨੇ ਇਹਨਾਂ ਦੀ ਪਾਲਣਾ ਕਰਨੀ ਹੈ। ਦੂਰੀ ਬਣਾ ਕੇ ਰੱਖੋ, ਮਾਸਕ ਪਾ ਕੇ ਰੱਖੋ। ਕੀ ਸਾਰੇ ਅਧਿਆਪਕਾਂ ਦੇ ਟੀਕੇ ਲੱਗੇ ਹੋਏ ਨੇ? ਇਸ ਗੱਲ ਨੂੰ ਸ਼ੋਰ ਨਹੀਂ ਇਹ ਤੁਸੀਂ ਕੌਣ ਗਰੰਟੀ ਨਾਲ ਕਹਿ ਸਕਦਾ? ਨਹੀਂ, ਵੈਸੇ ਕੱਲ ਸਿੱਖਿਆ ਮੰਤਰੀ ਨੇ ਕਿਹਾ ਸੀ ਕਿ ਉਹਨਾਂ ਅਧਿਆਪਕਾਂ ਨੂੰ ਸਕੂਲ ਦੇ ਅੰਦਰ ਦਾਖਲੇ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦੇ ਦੋਨੋਂ ਟੀਕੇ ਲੱਗ ਗਏ ਨੇ, ਦੋਨੋਂ ਖੁਰਾਕਾਂ। ਜੀ, ਪਰ ਅਜੇ ਬਹੁਤ ਆਬਾਦੀ ਉਂਝ ਹੀ ਪਈ ਆ। ਬੱਚੇ ਜਦੋਂ ਵੱਡੇ ਵੀ ਹਨ ਜਾਂ ਸਾਰੇ ਹਨ, ਉਸ ਸਿਸਟਮ ਨੂੰ ਬੱਚਿਆਂ ਨੂੰ ਵੀ ਖੁਰਾਕਾਂ ਲਾਉਣ ਦਾ ਅਜੇ ਤੱਕ ਕੋਈ ਸਿਸਟਮ ਬਣਿਆ ਨਹੀਂ ਸਾਡੇ ਮੁਲਕ ਦੇ ਵਿੱਚ। ਪਰ ਸਿੱਖਿਆ ਮੰਤਰੀ ਦੇ ਕਹਿਣ ਨਾਲ ਦਾਖਲੇ ਨਾਲ ਕੀ ਇਹ ਰੋਕਥਾਮ ਲੱਗੀ ਹੈ? ਕੀ ਵਾਕਿਆ ਇਹਨੇ ਅਧਿਆਪਕਾਂ ਦੇ ਟੀਕੇ ਲੱਗ ਚੁੱਕੇ ਨੇ? ਇਹ ਪ੍ਰਾਈਵੇਟ ਸਕੂਲਾਂ ਨੂੰ ਇਸ ਗਿਣਤੀ ਵਿੱਚ ਲਿਆ ਗਿਆ? ਪਰ ਇਹ ਸਾਰਾ ਹਿਸਾਬ ਕਿਤਾਬ ਸਰਕਾਰ ਕੋਲ ਹਾਲ ਦੀ ਘੜੀ ਨਹੀਂ ਹੈ। ਅਸੀਂ ਸਿਰਫ ਉਮੀਦ ਕਰ ਸਕਦੇ ਹਾਂ ਕਿ ਕੋਈ ਇਹੋ ਜਿਹੀ ਅਣਸਕਾਮੀ ਘਟਨਾ ਨਾ ਵਾਪਰੇ। ਤੇ ਕੁਲਦੀਪ ਜੀ, ਕਰੋਨਾ ਤੇ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ ਪਰ ਵੇਲਾ ਹੈ ਬ੍ਰੇਕ ਦਾ। ਸੋ ਦਰਸ਼ਕੋ, ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਹੋਏਗੀ ਮੁਲਾਕਾਤ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਹੈ। ਤੇ ਹੀਰ ਜੀ, ਆਪਾਂ ਗੱਲ ਹੁਣ ਕਰਦੇ ਹਾਂ ਕਰੋਨਾ ਤੇ ਹੀ। ਕਰੋਨਾ ਦੀ ਤੀਜੀ ਲਹਿਰ ਦੇ ਚਰਚੇ ਨੇ। ਕਈ ਮਾਹਿਰ ਕਹਿੰਦੇ ਕਿ ਇਸੇ ਮਹੀਨੇ ਆ ਰਹੀ ਹੈ, ਕੋਈ ਕਹਿੰਦੇ 15 ਦਿਨ ਬਾਅਦ ਆਏਗੀ ਤੇ ਕਦੋਂ ਤੱਕ ਰਹੇਗੀ, ਕਦੋਂ ਇਹਦਾ ਪੀਕ ਟਾਈਮ ਆਏਗਾ ਤੇ ਇਸ ਦੌਰਾਨ ਅਸੀਂ ਕਿਵੇਂ ਸੁਚੇਤ ਰਹਿ ਸਕਦੇ ਹਾਂ? ਇਸ ਬਾਰੇ ਅਸੀਂ ਜਾਂ ਮਾਹਿਰਾਂ ਦੀ ਰਾਏ ਤੇ ਜਾਂ ਸਰਕਾਰ ਦੇ ਦਿਸ਼ਾ ਨਿਰਦੇਸ਼ ਉਹਨਾਂ ਬਾਰੇ ਗੱਲ ਕਰ ਸਕਦੇ ਹਾਂ। ਸਰਕਾਰ ਦੇ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਕੋਈ ਬਹੁਤੇ ਕਲੀਅਰ ਨਹੀਂ ਇਸ ਮਾਮਲੇ 'ਚ। ਹੁਣ ਜਿਵੇਂ ਖੇਡਾਂ ਦੀ ਗੱਲ ਕਰ ਰਹੇ ਸੀ, 15 ਅਗਸਤ ਆ ਰਹੀ ਹੈ
ਸੈਸ਼ਨ ਵੀ ਦੋਨੇ ਚੱਲ ਰਹੇ ਨੇ, ਰਾਜ ਸਭਾ ਤੇ ਲੋਕ ਸਭਾ ਦੇ ਜੀ। ਹੋਰ ਇਕੱਠ ਮੱਠ ਵੀ ਕੀਤੇ ਜਾ ਰਹੇ ਨੇ ਜੀ। ਤੇ 15 ਅਗਸਤ ਨੂੰ ਲਾਲ ਕਿਲੇ ਤੇ ਖਿਡਾਰੀਆਂ ਨੂੰ ਬੁਲਾ ਕੇ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਜੀ। ਤੇ ਜੇ ਅਸੀਂ ਜਾਪਾਨ ਨਾਲ ਕੰਪੈਰੀਜ਼ਨ ਕਰੀਏ, ਜਿੱਥੇ ਖੇਡਾਂ ਚੱਲ ਰਹੀਆਂ ਤੇ ਸਟੇਡੀਅਮ ਸਾਰੇ ਦੇ ਸਾਰੇ ਖਾਲੀ ਨੇ, ਜੀ। ਖਿਡਾਰੀਆਂ ਨੂੰ ਮਾਸਕ ਵੀ ਨਹੀਂ ਲਾਉਣ ਦਿੱਤਾ ਜਾਂਦਾ, ਥੋੜਾ ਜਿਹਾ ਸਮਾਂ ਦਿੱਤਾ ਜਾਂਦਾ, ਜੀ। ਪਰ ਸਾਡੇ ਖੁੱਲ੍ਹਮ ਖੁੱਲ੍ਹਾ ਕੰਮ। ਦੂਸਰੀ ਲਹਿਰ ਨੇ ਬਹੁਤ ਬੁਰੀ ਤਰ੍ਹਾਂ ਝੰਪਿਆ, ਉਸ ਬਾਰੇ ਅੰਕੜੇ ਤੇ ਡਰਾਉਣ ਵਾਲੇ ਨੇ। ਜੀ। ਜੇ ਬਾਹਰਲੇ ਅੰਕੜੇ ਤੇ ਯਕੀਨ ਕਰ ਲਈਏ ਤੇ ਬਿਲਕੁਲ ਹੀ ਜਿਹੜਾ ਹੈ ਉਹ ਰੋਟੀ ਖਾਣੀ ਮੁਸ਼ਕਲ ਹੋ ਜਾਂਦੀ ਹੈ। ਜੀ। ਤੀਸਰੀ ਲਹਿਰ ਆਉਣੀ ਹੈ, ਇਸ ਗੱਲ ਵਿੱਚ ਤੇ ਕੋਈ ਸ਼ੱਕ ਨਹੀਂ। ਬਾਰ-ਬਾਰ ਸਾਰੇ ਕਹਿੰਦੇ ਨੇ, ਸਰਕਾਰ ਵੀ ਕਹਿੰਦੀ ਹੈ ਤੇ ਮਾਹਿਰ ਵੀ ਕਹਿੰਦੇ ਨੇ। ਜੀ। ਹੁਣ ਸਰਕਾਰ ਇਸ ਪ੍ਰਤੀ ਕਿਹੋ ਜਿਹੀਆਂ ਤਿਆਰੀਆਂ ਕਰ ਰਹੀ ਹੈ, ਇਸ ਗੱਲ ਦਾ ਅਜੇ ਕੋਈ ਸਾਡੇ ਕੋਲ ਸਥਿਰ ਅੰਕੜਾ ਨਹੀਂ, ਇਸ ਕਰਕੇ ਕਿ ਟੀਕਾਕਰਨ ਦੇ ਵਿੱਚ ਰਫ਼ਤਾਰ 'ਚ ਬਹੁਤ ਕੋਈ ਤੇਜ਼ੀ ਨਹੀਂ ਆ ਸਕੀ, ਬਲਕਿ ਉੱਥੇ ਕੀ ਹੈ, ਖੜੋਤ ਜਿਹੀ ਆਈ ਹੋਈ ਹੈ। ਜੀ। ਟੀਕਾਕਰਨ ਦੇ ਮਾਮਲੇ ਦੇ ਵਿੱਚ ਭਾਰਤ ਪਛੜਿਆ ਹੋਇਆ, ਬਹੁਤ ਥੋੜੇ ਟੀਕੇ ਲੱਗ ਰਹੇ ਨੇ, ਜੀ। ਕੇਸ ਇੰਨੇ ਜ਼ਿਆਦਾ ਨਹੀਂ ਆ ਰਹੇ। ਕੇਰਲ ਤੇ ਮਹਾਰਾਸ਼ਟਰ ਦੇ ਵਿੱਚ ਕੇਸ ਹਨ। ਜੀ। ਕੇਰਲ ਦੇ ਵਿੱਚ ਸਾਡੇ ਜਿਹੜੇ ਮਸ਼ਹੂਰ ਦੇਸ਼ ਦੀ ਵਾਇਰਸ ਸਪੈਸ਼ਲਿਸਟ ਹੈ ਡਾਕਟਰ ਗਗਨਦੀਪ ਕੰਗ, ਜੀ। ਉਹਨਾਂ ਨੇ ਗੱਲ ਜਿਹੜੀ ਕੀਤੀ ਆ, ਉਹਨਾਂ ਨੇ ਕਿਹਾ ਕਿ ਕੇਰਲ ਦੇ ਵਿੱਚ ਜਿਵੇਂ ਲੋਕਾਂ ਤੇ ਜਾਂ ਸਰਕਾਰ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਇਹਨਾਂ ਨੇ ਅਣਗਹਿਲੀ ਕੀਤੀ ਹੈ, ਜੀ। ਸਰਕਾਰ ਨੇ ਢਿੱਲਾਂ ਦੇ ਦਿੱਤੀਆਂ, ਇਸ ਕਰਕੇ ਬਹੁਤਾ ਇੱਥੇ ਵਾਇਰਸ ਫੈਲਿਆ। ਜੀ। ਉਹਨਾਂ ਕਿਹਾ ਕਿ ਇਹ ਗੱਲਾਂ ਸੱਚੀਆਂ ਨਹੀਂ। ਬਿਲਕੁਲ। ਇਹ ਇੱਥੇ ਬਕਰੀਦ ਵੇਲੇ ਜਿਹੜੀ 3-4 ਦਿਨਾਂ ਦੀ ਖੁੱਲ੍ਹ ਦਿੱਤੀ ਗਈ, ਜੀ। ਉਸ ਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਉਸ ਕਰਕੇ ਜ਼ਿਆਦਾ ਕਰੋਨਾ ਫੈਲਿਆ। ਅਜਿਹਾ ਨਹੀਂ ਹੈ, ਉੱਥੇ ਪਹਿਲਾਂ ਹੀ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਸੀ। ਜੀ। ਕੋਰਟਾਂ ਨੇ ਕਹਿ ਦਿੱਤਾ ਸੀ ਕਿ ਬਕਰੀਦ ਤੋਂ ਪਹਿਲਾਂ ਇਸ ਤਰ੍ਹਾਂ ਖੁੱਲ੍ਹ ਦੇਣੀ ਜਿਹੜੀ ਸੀ ਵਾਜਬ ਨਹੀਂ ਸੀ। ਜੀ। ਕੇਰਲ ਦੇ ਵਿੱਚ ਹਾਲਾਤ ਮਾੜੇ ਨੇ। ਕੇਰਲ ਵਿੱਚ ਆਕਸੀਜਨ ਭਾਵਾਂ ਪੂਰੀ ਹੈ, ਜੀ। ਹੋਰ ਕਈ ਦੁਨੀਆ ਦੇ ਦੇਸ਼ਾਂ ਵਿੱਚ ਆਕਸੀਜਨ ਦੀ ਕਮੀ ਪਾਈ ਜਾ ਰਹੀ ਹੈ, ਜੀ। ਪਰ ਕੇਰਲ ਵਿੱਚ ਇਹ ਡੈਲਟਾ ਵੇਰੀਐਂਟ ਹੀ ਹੈ ਜਿਸ ਨੇ ਸਭ ਨੂੰ ਘੇਰਿਆ ਹੋਇਆ। ਜੀ। ਹੁਣ ਤੀਸਰੀ ਲਹਿਰ ਦੇ ਬਾਰੇ ਤਾਂ ਇਹ ਕਿਹਾ ਜਾ ਰਿਹਾ ਕਿ ਅਗਸਤ ਵਿੱਚ ਸ਼ੁਰੂ ਹੋ ਜਾਣੀ ਹੈ ਜੀ। ਤੇ ਅਕਤੂਬਰ ਵਿੱਚ ਇਸ ਦਾ ਸਿਖਰ ਹੋਵੇਗਾ। ਜੀ। ਭਾਵ ਹੁਣ ਤੋਂ 2.5 ਮਹੀਨਿਆਂ ਬਾਅਦ ਇਸ ਦਾ ਸਿਖਰ ਜਿਹੜਾ ਹੈ ਉਹ ਆ ਸਕਦਾ ਹੈ। ਜੀ। ਉਹ ਸਿਖਰ ਕਿਹੋ ਜਿਹਾ ਹੋਵੇਗਾ, ਇਸ ਬਾਰੇ ਮਾਹਿਰਾਂ ਨੇ ਤਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅੱਗੇ ਬਿਲਕੁਲ ਤਿੱਖੀ ਚੜ੍ਹਾਈ ਸੀ ਤੇ ਹੁਣ ਛੋਟੀ ਜਿਹੀ ਪਹਾੜੀ ਹੋਵੇਗੀ। ਜੀ। ਮਤਲਬ ਘੱਟ ਮਾਮਲੇ ਸਾਹਮਣੇ ਆਉਣਗੇ। ਮਾਮਲੇ ਸਾਹਮਣੇ ਆ ਸਕਦੇ ਨੇ, ਉਨੀ ਘਾਤਕ ਸ਼ਾਇਦ ਨਾ ਹੋਵੇ। ਜੀ। ਤੇ ਜਿਵੇਂ ਜਿੰਨੀਆਂ ਮੌਤਾਂ ਹੋਈਆਂ ਨੇ ਤੇ ਜਿਵੇਂ ਆਕਸੀਜਨ ਦੀ ਘਾਟ ਪਾਏਗੀ, ਸ਼ਾਇਦ ਇਸ ਤਰ੍ਹਾਂ ਦਾ ਨਾ ਹੋਵੇ। ਜੀ। ਪਰ ਮਾਹਿਰ ਨਾਲ ਇਹ ਵੀ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਕੋਈ ਨਵਾਂ ਵੇਰੀਐਂਟ ਜਿਹੜਾ ਹੈ ਮਿਊਟੇਟ ਹੋ ਕੇ ਉਹ ਸਾਹਮਣੇ ਆ ਜਾਵੇ ਜੀ। ਡੈਲਟਾ ਤੋਂ ਬਾਅਦ, ਤੇ ਫਿਰ ਜਿਹੜਾ ਤੀਸਰੀ ਲਹਿਰ ਆ ਉਹ ਕਿੱਦਾਂ ਦੀ ਹੋਵੇਗੀ, ਜੀ। ਇਸ ਬਾਰੇ ਸਾਨੂੰ ਕੋਈ ਅੰਦਾਜ਼ਾ ਨਹੀਂ। ਜੀ। ਅਜੇ ਤੱਕ ਵੇਰੀਐਂਟ ਉਹ ਇੱਥੇ ਡੈਲਟਾ ਤੇ ਕਹਾਣੀ ਰੁਕੀ ਹੋਈ ਹੈ ਜੀ। ਤੇ ਕਈ ਦੇਸ਼ਾਂ ਦੇ ਵਿੱਚ ਇਸ ਨਾਲ ਜੂਝ ਰਹੇ ਨੇ ਦੇਸ਼, ਤੇ ਉੱਥੇ ਕੇਸ ਵਧੇ ਨੇ। ਜੀ। ਪਰ ਡੈਲਟਾ ਤੋਂ ਬਾਅਦ ਅਗਲਾ ਵੇਰੀਐਂਟ ਅਜੇ ਕਿਤੇ ਨਹੀਂ ਪਾਇਆ ਗਿਆ। ਜੀ। ਜੇ ਉਹ ਆ ਜਾਂਦਾ ਹੈ ਤੇ ਫਿਰ ਜਿਹੜਾ ਹੈ ਹਾਲਾਤ ਉਹਨਾਂ ਨਾਲ ਨਜਿੱਠਣਾ ਬਹੁਤ ਮੁਸ਼ਕਲ ਹੋਵੇਗਾ, ਕਿਉਂਕਿ ਉਸ ਨਾਲ ਇਲਾਜ ਦੇ ਤੌਰ ਤਰੀਕੇ ਤੇ ਉਸ ਵਾਇਰਸ ਨੂੰ ਸਮਝਣ ਵਾਸਤੇ ਫਿਰ ਮੈਡੀਕਲ ਸਾਇੰਸ ਨੂੰ ਕੁਝ ਸਮਾਂ ਲੱਗਦਾ ਹੈ। ਜੀ। ਹੁਣ ਬਲੈਕ ਫੰਗਸ ਦਾ ਰੌਲਾ ਪਿਆ ਸੀ, ਜੀ। ਤੇ ਤੁਸੀਂ ਨੋਟ ਕੀਤਾ ਹੋਵੇਗਾ ਕਿ ਬਲੈਕ ਫੰਗਸ ਦਾ ਹੁਣ ਕੋਈ ਕੇਸ ਨਹੀਂ ਸਾਹਮਣੇ ਆ ਰਿਹਾ। ਜੀ। ਹੁੰਦਾ ਇਸੇ ਤਰ੍ਹਾਂ ਹੀ ਹੈ, ਜਦੋਂ ਕੋਈ ਵੱਡੀ ਮਹਾਮਾਰੀ ਜਾਂ ਬਿਮਾਰੀ ਦਾ ਨਾਮ ਆਉਂਦਾ ਹੈ ਜੀ। ਤੇ ਉਸ ਦੇ ਨਾਲ ਫਿਰ ਛੋਟੇ-ਛੋਟੇ ਜਿਹੜੀਆਂ ਹੋਰ ਕਈ ਚੀਜ਼ਾਂ ਆ ਜਾਂਦੀਆਂ ਨੇ ਕਿ ਦੇਖੋ ਆ ਵੀ ਆ ਗਏ, ਜ਼ੀਕਾ ਵਾਇਰਸ ਆ ਗਿਆ। ਜ਼ੀਕਾ ਵਾਇਰਸ ਤੇ ਕਾਫੀ ਪੁਰਾਣਾ ਹੈ। ਜੀ। ਇਬੋਲਾ ਦੀ ਵੀ ਗੱਲ ਚੱਲੀ ਹੈ। ਇਹ ਸਾਰੇ ਵਾਇਰਸ ਪੁਰਾਣੇ ਨੇ, ਪਹਿਲਾਂ ਤੋਂ ਮੌਜੂਦ ਨੇ, ਕਈ ਅਫਰੀਕਨ ਦੇਸ਼ਾਂ ਵਿੱਚ ਨੇ, ਕਈ ਕੋਈ ਹੋਰ ਕਿਤੇ ਨੇ। ਜੀ। ਪਰ ਇਸ ਦੇ ਨਾਲ ਹੁਣ ਜਿਵੇਂ ਭਾਰਤ ਦੇ ਵਿੱਚ ਬਰਸਾਤ ਦਾ ਮੌਸਮ ਚੱਲ ਰਿਹਾ, ਜੀ। ਤੇ ਬਰਸਾਤ ਦਾ ਮੌਸਮ ਖਤਮ ਹੁੰਦੇ ਆ ਹਰ ਸਾਲ ਕੀ ਹੁੰਦਾ ਹੈ, ਮਲੇਰੀਏ ਦੇ ਕੇਸ ਆਉਂਦੇ ਨੇ, ਸੈੱਲ ਘਟ ਜਾਂਦੇ ਨੇ। ਜੀ। ਇਹ ਕੇਸ ਆਉਂਦੇ ਨੇ। ਇਹ ਅਕਸਰ ਆਉਣ ਵਾਲੀਆਂ ਬਿਮਾਰੀਆਂ ਨੇ, ਜਿਸ ਦਾ ਸਾਡੇ ਰਹਿਣ ਸਹਿਣ ਤੌਰ ਤਰੀਕਿਆਂ ਦੇ ਨਾਲ ਸੰਬੰਧ ਹੈ। ਪਰ ਤੀਸਰੀ ਲਹਿਰ ਬਾਰੇ ਸ਼ੋਰ ਹੋ ਕੇ ਮਾਹਰ ਇਹ ਗੱਲ ਆਖ ਰਹੇ ਨੇ ਕਿ ਤੀਸਰੀ ਲਹਿਰ ਆਉਣੀ ਹੈ, ਪਰ ਸਰਕਾਰਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਤੇ ਇੱਕੋ ਹੀ ਹੱਲ ਸਮਾਜਿਕ ਨਿਯਮਾਂ ਦਾ ਪਾਲਣ, ਦੂਰੀ, ਮਾਸਕ ਵਗੈਰਾ ਸਾਰਾ ਕੁਝ, ਤੇ ਸਭ ਤੋਂ ਵੱਡੀ ਗੱਲ ਟੀਕਾਕਰਨ, ਜੀ, ਜਿਸ ਦੇ ਵਿੱਚ ਭਾਰਤ ਪਛੜਿਆ ਹੋਇਆ। ਤੁਸੀਂ ਕੁਝ ਕਹਿਣ ਲੱਗੇ ਸੀ? ਮੈਂ ਤਾਂ ਬਸ ਇਹੀ ਕਹਿਣ ਲੱਗੀ ਸੀ ਕਿ ਕਰੋਨਾ ਤਾਂ ਬਹੁਤ ਕੁਝ ਕਰ ਰਿਹਾ ਹੈ, ਤੇ ਆਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਕਰੋਨਾ ਛੇਤੀ ਸਾਡਾ ਪਿੱਛਾ ਛੱਡੇ ਤੇ ਅਸੀਂ ਸੁਖਾਲੀ ਜ਼ਿੰਦਗੀ ਫਿਰ ਤੋਂ ਬਤੀਤ ਕਰੀਏ। ਕੇਰਲ ਵਾਲਿਆਂ ਨੂੰ ਜਿਹੜੇ ਮਾਹਿਰ ਨੇ ਸਾਡੇ, ਉਹਨਾਂ ਨੇ ਕਿਹਾ ਕਿ ਬਕਰੀਦ ਤੇ ਲੰਘ ਗਈ, ਕੋਈ ਇਹੋ ਜਿਹੀ ਗੱਲ ਨਹੀਂ ਹੋ ਗਈ, ਪਰ ਓਨਮ ਦਾ ਬਹੁਤ ਵੱਡਾ ਤਿਉਹਾਰ ਹੁੰਦਾ ਹੈ। ਉਹਨਾਂ ਕਿਹਾ ਕਿ ਕੋਈ ਨਹੀਂ, 1 ਸਾਲ ਵਾਸਤੇ ਇਸ ਨੂੰ ਪੋਸਟਪੋਨ ਕਰ ਲਓ ਤੇ ਤੁਸੀਂ ਇਸ ਤੋਂ ਬਚੋ। ਕੇਰਲ ਵਿੱਚ ਹਾਲਾਤ ਵੈਸੇ ਉਹਨਾਂ ਦੀ ਜਿਹੜੇ ਨੇ ਉਹ ਪਿਛਲੇ 1-2 ਦਿਨਾਂ ਤੋਂ ਥੋੜ੍ਹੇ ਜਿਹੇ ਸਹੀ ਹੋਣੇ ਲੱਗ ਪਏ ਨੇ, ਪਰ ਅਜੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ। ਬਾਕੀ ਸੂਬਿਆਂ ਵਿੱਚ ਕਾਬੂ ਹੇਠ ਨੇ, ਮਹਾਰਾਸ਼ਟਰ ਵਿੱਚ ਵੀ ਕਾਫੀ ਕੇਸ ਆ ਰਹੇ ਨੇ, ਪਰ ਅਸਲੀ ਗੱਲ ਟੀਕਾਕਰਨ ਤੇ ਹੀ ਆ ਕੇ ਰੁਕਦੀ ਆ। ਉਹ ਜਿੰਨੀ ਛੇਤੀ ਸਾਡੇ ਟੀਕੇ ਲੱਗਣਗੇ ਉਨਾ ਹੀ ਵਧੀਆ। ਚਲੋ ਆਸ ਕਰਦੇ ਹਾਂ ਕਿ ਟੀਕਾ ਕੰਪਨੀਆਂ ਛੇਤੀ ਟੀਕੇ ਬਣਾਉਣ ਤੇ ਸਾਰੇ ਭਾਰਤੀ ਨਾਗਰਿਕਾਂ ਨੂੰ ਟੀਕੇ ਉਪਲਬਧ ਹੋਣ ਤੇ ਸਾਰੇ ਤੰਦਰੁਸਤ ਰਹਿਣ। ਤੇ ਕੁਲਦੀਪ ਜੀ, ਹੁਣ
ਕਰੋਨਾ ਤੋਂ ਬਾਅਦ ਆਉਂਦੇ ਆ ਸਿਆਸਤ ਵੱਲ। ਸਿਆਸਤ ਵਿੱਚ ਕੱਲ ਇਹੋ ਵੈਸੇ ਤਾਂ ਕਰੋਨਾ ਦੇ ਨਾਂ ਤੇ ਬਹੁਤ ਸਿਆਸਤ ਹੋਈ ਹੈ ਇਹ ਵੀ ਠੀਕ ਹੈ ਬਿਲਕੁਲ। ਤੇ ਜੇ ਸਿਆਸਤ ਦੀ ਗੱਲ ਕਰੀਏ ਤੇ ਕੱਲ ਦਾ ਦਿਨ ਪੰਜਾਬ ਦੀ ਸਿਆਸਤ ਵਿੱਚ ਬੜੀ ਹਲਚਲ ਮਚਾ ਗਿਆ, ਕਿਉਂਕਿ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਨੇ ਭਾਜਪਾ ਦਾ ਪੱਲਾ ਫੜ ਲਿਆ। ਤੇ ਇਹ ਖਬਰ ਆਉਣ ਤੋਂ ਬਾਅਦ ਰਾਮੂਵਾਲੀਆ ਬੜੇ ਨਾਰਾਜ਼ ਹੋਏ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਅੱਖਾਂ 'ਚ ਹੰਝੂ ਵੀ ਆ ਗਏ ਕਿ ਪਰਿਵਾਰ ਦੀ ਪਿੱਠ ਵਿੱਚ ਛੁਰਾ ਘੋਪਿਆ ਇਹਨਾਂ ਨੇ, ਮਤਲਬ ਅਮਨਜੋਤ ਕੌਰ। ਇਕੱਲੇ ਪਰਿਵਾਰ ਦੇ ਨਹੀਂ ਉਹਨਾਂ ਆਖਿਆ, ਉਹਨਾਂ ਕਿਹਾ ਪਰਿਵਾਰ ਦੇ, ਪੰਜਾਬ ਦੇ ਤੇ ਸਿੱਖ ਧਰਮ ਦੇ ਤੇ ਕਿਸਾਨਾਂ ਦੇ, ਸਾਰਿਆਂ ਦੇ। ਹੁਣ ਇਹ ਗੱਲ ਦਿਲੋਂ ਉਹਨਾਂ ਨੇ ਕੀਤੀ ਜਾਪਦੀ ਹੈ ਕਿ ਮੈਨੂੰ ਕੌਨਫੀਡੈਂਸ ਵਿੱਚ ਬਿਲਕੁਲ ਨਹੀਂ ਲਿਆ ਗਿਆ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅਮਨਜੋਤ ਰਾਮੂਵਾਲੀਆ ਦੀ ਜਿਹੜੀ ਪੋਲੀਟੀਕਲ ਲੈਗੇਸੀ ਹੈ, ਜਿੰਨਾ ਕੁ ਉਹਨਾਂ ਨੂੰ ਹੁਣ ਤੱਕ ਕਾਮਯਾਬੀ ਜਾਂ ਅਹੁਦੇ ਮਿਲੇ ਨੇ, ਉਹ ਬਿਕੋਜ਼ ਆਫ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਹੀ ਨੇ। ਉਹਨਾਂ ਦੀ ਪਛਾਣ ਨੂੰ ਰੱਖ ਕੇ ਹੀ ਅੱਗੇ ਚੱਲੇ ਨੇ। ਹੁਣ ਬਲਵੰਤ ਸਿੰਘ ਰਾਮੂਵਾਲੀਆ ਤੇ ਪੁਰਾਣੇ ਘਾਗ ਸਿਆਸਤਦਾਨ ਨੇ। ਇਹ ਵੀ ਆਖਿਆ ਜਾਂਦਾ ਕਿ ਆਪਰੇਸ਼ਨ ਬਲੂ ਸਟਾਰ ਵੇਲੇ ਉਹ ਅੰਦਰ ਸਨ ਤੇ ਉਹ ਮੰਤਰੀ ਰਹੇ ਨੇ ਕੇਂਦਰ ਵਿੱਚ ਵੀ, ਤੇ ਯੂਪੀ ਦੇ ਵਿੱਚ ਵੀ ਜੇਲ੍ਹ ਮੰਤਰੀ ਜਾ ਕੇ ਬਣ ਗਏ ਸਨ ਪੰਜਾਬ ਨੂੰ ਛੱਡ ਕੇ। ਤੇ ਬੜੇ ਨਾਰਾਜ਼ ਹੋਏ ਸੀ ਅਕਾਲੀ ਦਲ ਦੇ ਆਗੂ, ਹਾਲਾਂਕਿ ਪੰਜਾਬ ਨਾਲ ਕੋਈ ਸਿੱਧਾ ਲੈਣ ਦੇਣ ਨਹੀਂ ਸੀ, ਪਰ ਉਸ ਵੇਲੇ ਅਕਾਲੀ ਦਲ ਦੀ ਯਾਰੀ ਤੇ ਸਾਂਝ 9 ਮਾਸ ਦਾ ਰਿਸ਼ਤਾ ਭਾਜਪਾ ਨਾਲ ਸੀ। ਤੇ ਉੱਥੇ ਸਮਾਜਵਾਦੀ ਪਾਰਟੀ ਵਿੱਚ ਅਖਿਲੇਸ਼ ਯਾਦਵ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਮੰਤਰੀ ਹੋਣ ਦਾ ਆਨੰਦ ਮਾਣਿਆ। ਕੇਂਦਰ ਦੇ ਵਿੱਚ ਜਦੋਂ ਮੰਤਰੀ ਰਹੇ ਨੇ ਤੇ ਕੁਝ ਗੱਲਾਂ ਦਾ ਸਿਰਾ ਉਹਨਾਂ ਦੇ ਸਿਰ ਤੇ ਵੱਜਾ ਵੀ ਕਿ ਏਅਰਪੋਰਟ ਤੇ ਜੋ ਪੰਜਾਬੀਆਂ ਨਾਲ ਖੱਜਲ ਖੁਆਰੀ ਹੁੰਦੀ ਸੀ ਉਸ ਨੂੰ ਰੋਕਣ ਦੇ ਵਿੱਚ ਉਹ ਸਮਰੱਥ ਹੋਏ ਨੇ। ਰਾਮੂਵਾਲੀਆ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਆਪਣਾ ਸਥਾਨ ਹੈ ਤੇ ਫਿਰ ਉਹ ਅਕਾਲੀ ਦਲ ਦੇ ਵਿੱਚ ਉਹ ਸ਼ਾਮਲ ਹੋ ਗਏ। ਹਾਲਾਂਕਿ ਸਮੇਂ-ਸਮੇਂ ਤੇ ਉਹ ਕਾਂਗਰਸ ਪਾਰਟੀ ਨੂੰ ਜਾਂ ਅਕਾਲੀਆਂ ਨੂੰ ਜਿਵੇਂ ਉਹਨਾਂ ਦਾ ਅੰਦਾਜ਼ ਹੈ ਗੱਲਬਾਤ ਕਰਨ ਦਾ, ਭਾਸ਼ਣ ਦੇਣ ਦਾ, ਉਸ ਤੌਰ ਤਰੀਕੇ ਨਾਲ ਭੰਡਦੇ ਰਹੇ ਨੇ। ਪਰ ਇਸ ਨਾਲ ਉਹਨਾਂ ਨੂੰ ਜਿਵੇਂ ਉਹ ਆਪਣੇ ਵਿਰੋਧੀਆਂ ਨੂੰ ਤੇ ਸਾਥੀਆਂ ਨੂੰ ਝਟਕੇ ਦਿੰਦੇ ਰਹੇ ਨੇ ਤੇ ਜਿਨ੍ਹਾਂ ਦੇ ਨਾਲ ਖੜੇ ਹੁੰਦੇ ਸੀ, ਜਿਨ੍ਹਾਂ ਨੂੰ ਹਰ ਵੇਲੇ ਨਾਲ ਸਮਝਦੇ ਸੀ ਤੇ ਜਿਨ੍ਹਾਂ ਦੇ ਮੋਢਿਆਂ ਤੇ ਚੜ੍ਹ ਕੇ ਉਹ ਅਗਲੇ ਪੌੜੇ ਤੱਕ ਪਹੁੰਚਦੇ ਸੀ, ਤੇ ਜਦੋਂ ਰਾਮੂਵਾਲੀ ਸਾਹਿਬ ਕਿਤੇ ਮੰਤਰੀ ਬਣ ਜਾਂਦੇ ਸੀ ਤੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਲੱਗਦਾ, ਰਾਤੋਂ ਰਾਤ ਭਾਣਾ ਵਾਪਰ ਜਾਂਦਾ ਸੀ। ਸ਼ਾਇਦ ਉਸੇ ਤਰ੍ਹਾਂ ਦਾ ਝਟਕਾ ਜਿਹੜਾ ਹੈ ਬਲਵੰਤ ਸਿੰਘ ਰਾਮੂਵਾਲੀਆ ਨੂੰ, ਜੇ ਉਹਨਾਂ ਦੇ ਹੰਝੂਆਂ ਤੇ ਅਸੀਂ ਯਕੀਨ ਕਰੀਏ ਤਾਂ ਮਿਲਿਆ। ਹੁਣ ਅਮਨਜੋਤ ਕੌਰ ਰਾਮੂਵਾਲੀਆ ਨੇ ਕੀ ਸੋਚਿਆ, ਇਹ ਗੱਲ ਹੈਰਾਨੀ ਤੋਂ ਵੀ ਵੱਧ ਹੈਰਾਨੀਜਨਕ ਹੈ। ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਜਿਹੜਾ ਹੈ ਉਹ ਸੰਭਵ ਨਹੀਂ। ਉਹਨਾਂ ਦੇ ਨਾਲ ਹੋਰ ਵੀ ਕਈ ਭਾਜਪਾ ਦੇ ਆਗੂ ਸ਼ਾਮਲ ਹੋਏ ਨੇ ਤੇ ਕੁਝ ਦਿਨ ਪਹਿਲਾਂ ਸੋ ਕਾਲਡ ਕਈ ਸਾਡੇ ਮਹਾਂਗਿਆਨੀ ਬੁੱਧੀਜੀਵੀ ਭਾਜਪਾ ਵਿੱਚ ਸ਼ਾਮਲ ਹੋਏ ਸੀ। ਭਾਜਪਾ ਵਿੱਚ ਸ਼ਾਮਲ ਹੋਣਾ ਗੁਨਾਹ ਨਹੀਂ, ਪਰ ਪੰਜਾਬ ਦੇ ਵਿੱਚੋਂ ਐਨ ਉਸ ਮੌਕੇ ਤੇ ਜਦੋਂ ਕਿਸਾਨ ਅੰਦੋਲਨ ਭਖਿਆ ਹੋਇਆ ਹੋਵੇ ਤੇ ਕਿਸਾਨਾਂ ਦੀਆਂ ਜਾਨਾਂ ਜਾ ਰਹੀਆਂ ਹੋਣ ਤੇ ਸਾਨੂੰ ਜ਼ਮੀਨਾਂ ਤੇ ਜ਼ਮੀਰਾਂ ਦੀ ਅਣਖ ਨੂੰ ਵੰਗਾਰਿਆ ਗਿਆ ਹੋਵੇ ਤੇ ਫਿਰ ਉਸ ਮੌਕੇ ਤੇ ਭਾਜਪਾ ਦਾ ਪੱਲਾ ਫੜਨਾ ਜਿਹੜਾ ਹੈ ਉਹ ਬਹੁਤਾ ਵਾਜਬ ਜਾਪਦਾ ਨਹੀਂ, ਭਾਵੇਂ ਕਿ ਉਸ ਨਾਲ ਤੁਹਾਨੂੰ ਕਿੰਨੇ ਵੀ ਵੱਡੇ ਰਾਜਨੀਤਿਕ ਲਾਹੇ ਜਾਂ ਲਾਭ ਜਿਹੜੇ ਨੇ ਉਹ ਮਿਲ ਸਕਦੇ ਹੋਣ। ਤੇ ਕੁਲਦੀਪ ਜੀ, ਮੈਨੂੰ ਲੱਗਦਾ ਹੈ ਕਿ ਸਿਆਸਤਦਾਨਾਂ ਲਈ ਕੁਰਸੀ ਜ਼ਿਆਦਾ ਮਾਇਨੇ ਰੱਖਦੀ ਹੈ। ਕੁਰਸੀ ਜ਼ਿਆਦਾ ਮਾਇਨੇ ਰੱਖਦੀ ਹੈ, ਠੀਕ ਹੈ। ਜੇ ਆਪ ਬੀਬੀ ਅਮਨਜੋਤ ਕੌਰ ਦੇ ਅਸੀਂ ਉਹਨਾਂ ਦੇ ਸੰਦਰਭ ਤੋਂ ਵੇਖੀਏ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਕੁਰਸੀ ਮਿਲ ਸਕੇਗੀ। ਯੂਪੀ ਚੋਣਾਂ 'ਚ ਉਹਨਾਂ ਦਾ ਚਿਹਰਾ ਉਤਾਰਿਆ ਜਾ ਸਕਦਾ। ਯੂਪੀ ਚੋਣਾਂ ਵਿੱਚ ਉਹਨਾਂ ਦਾ ਚਿਹਰਾ ਉਤਾਰ ਕੇ ਤੇ ਉਹਨਾਂ ਨੂੰ ਡਾਇਰੈਕਟਲੀ ਕਿਵੇਂ ਫਾਇਦਾ ਮਿਲੇਗਾ ਤੇ ਕੀ ਯੂਪੀ ਵਿੱਚ ਕਿਸਾਨ ਅੰਦੋਲਨ ਦਾ ਅਸਰ ਨਹੀਂ ਤੇ ਭਾਜਪਾ ਨੂੰ ਫਿਰ ਉਹ ਬੀਬੀ ਜੀ ਕਿਵੇਂ ਰਿਪਰੈਜ਼ੈਂਟ ਕਰਨਗੇ ਜਾਂ ਕਿਹੜੀ ਗੱਲ ਕਰਨਗੇ। ਪਰ ਦੂਸਰੇ ਪਾਸੇ ਭਾਜਪਾ ਨੂੰ ਇਸ ਦਾ ਡਾਇਰੈਕਟਲੀ ਪੰਜਾਬ ਦੇ ਵਿੱਚ ਕੀ ਫਾਇਦਾ ਹੋਵੇਗਾ ਉਹ ਵੀ ਨਜ਼ਰ ਨਹੀਂ ਕਿਤੇ ਆਉਂਦਾ। ਭਾਜਪਾ ਕਾਹਲੀ ਕਰ ਰਹੀ ਹੈ, ਕਾਫੀ ਸਾਰੇ ਆਗੂਆਂ ਨੂੰ ਉਹਨਾਂ ਨੇ ਪਿਛਲੇ ਦਿਨਾਂ 'ਚ ਸ਼ਾਮਲ ਕੀਤਾ ਹੈ ਤੇ ਉਹਨਾਂ ਦੇ ਵੱਡੇ ਵੱਡੇ ਕਈ ਜਿਹੜੇ ਨੇ ਮੰਤਰੀ ਲੈਵਲ ਦੇ ਬੰਦੇ ਤੇ ਇੰਚਾਰਜ ਜਿਹੜੇ ਨੇ ਪਾਰਟੀਆਂ ਦੇ ਉੱਥੇ ਬੈਠ ਜਾਂਦੇ ਨੇ ਤੇ ਫਿਰ ਬੈਠ ਕੇ ਉਹਨਾਂ ਨੂੰ ਭਾਜਪਾ ਵਾਲਾ ਜਿਹੜਾ ਸਰੋਪਾ ਉਹਨਾਂ ਦੇ ਗਲ ਦੇ ਵਿੱਚ ਪਾਉਂਦੇ ਨੇ। ਹੁਣ ਇਹ ਹੈ ਤੇ ਕਿਉਂਕਿ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਤੇ ਮੌਸਮ ਬਦਲੀ ਹੋਣੇ ਨੇ ਗਾਂ, ਹੁਣ ਗਰਮੀ ਹੌਲੀ ਹੌਲੀ ਘਟ ਰਹੀ ਹੈ ਤੇ ਠੰਡ ਵਧੇਗੀ। ਇਸੇ ਤਰ੍ਹਾਂ ਹੀ ਇਹ ਰਾਜਨੀਤਿਕ ਗਹਿਮਾ ਗਹਿਮੀ ਵੀ ਅੱਗੇ ਚੱਲ ਪਈ ਹੈ। ਮੌਸਮ ਬਦਲੀ ਹੋ ਰਹੇ ਨੇ ਤੇ ਦਲ ਵੀ ਬਦਲੀ ਹੋ ਰਹੇ ਨੇ, ਪਰ ਇਸ ਨੇ ਹੈਰਾਨੀਜਨਕ ਜਿਹੜਾ ਹੈ ਉਹ ਨਤੀਜੇ ਕੋ ਲਿਆਵੇਗੀ ਅਮਨਜੋਤ ਰਾਮੂਵਾਲੀਆ ਦੀ ਸ਼ਮੂਲੀਅਤ ਜਿਹੜੀ ਭਾਜਪਾ ਦੇ ਵਿੱਚ। ਇਹ ਭਾਜਪਾ ਦੇ ਸੰਦਰਭ ਤੋਂ ਮੈਂ ਨਹੀਂ ਦੇਖਦਾ, ਪਰ ਲੋਕ ਜ਼ਰੂਰ ਹੈਰਾਨ ਹੋਏ ਨੇ ਕਿ ਇਸ ਤਰ੍ਹਾਂ ਸੋਚ ਰੱਖਣ ਵਾਲੀ ਇੱਕ ਬੀਬੀ ਜੋ ਅਕਾਲੀ ਦਲ ਦੇ ਵਿੱਚ ਹੋਵੇ ਔਰ ਇੰਨੇ ਪੁਰਾਣੇ ਵੱਡੇ ਸਿਆਸਤਦਾਨ ਦੀ ਧੀ ਹੋਵੇ ਤੇ ਉਸ ਵੱਲੋਂ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਣਾ ਇਹ ਵਾਕਿਆ ਹੀ ਅਚੰਭੇ ਖੜੇ ਕਰਦਾ ਹੈ। ਤੇ ਕੁਲਦੀਪ ਜੀ, ਅਗਲੇ ਮੁੱਦੇ ਤੇ ਗੱਲਬਾਤ ਕਰਦੇ ਹਾਂ ਪਰ ਇਸ ਬ੍ਰੇਕ ਤੋਂ ਬਾਅਦ। ਸੋ ਦਰਸ਼ਕੋ, ਵਿਚਾਰ ਚਰਚਾ ਪ੍ਰੋਗਰਾਮ 'ਚ ਅਗਲੇ ਮੁੱਦੇ ਜਿਹਦੇ 'ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਘਰ ਦੇ ਵਿੱਚ ਹੋ ਰਹੀ ਹੈ ਛਾਪੇਮਾਰੀ।
ਕੀ ਹੈ ਇਸ ਦੀ ਵਜ੍ਹਾ? ਇਸ ਤੋਂ ਇਲਾਵਾ ਕੁੰਦਰਾ ਕੇਸ 'ਚ ਕੀ ਹੋ ਰਹੇ ਨੇ ਖੁਲਾਸੇ? ਇਹਦੇ ਬਾਰੇ ਗੱਲਬਾਤ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਸਿਆਸਤ ਦੀ ਗੱਲ ਚੱਲ ਰਹੀ ਸੀ ਤੇ ਉਹਦੇ ਵਿੱਚ ਤੇਜਸਵੀ ਯਾਦਵ ਦਾ ਨਾਂ ਚਰਚਾ ਵਿੱਚ ਹੈ। ਪੰਜਾਬ ਦੀ ਸਿਆਸਤ ਵਿੱਚ ਤੇਜਸਵੀ ਯਾਦਵ ਦਾ ਕੋਈ ਰੋਲ ਹੋ ਸਕਦਾ? ਪੰਜਾਬ ਵਿੱਚ ਜਿਸ ਤਰ੍ਹਾਂ ਦੇ ਵਾਅਦੇ ਪਿਛਲੇ ਦਿਨਾਂ ਵਿੱਚ ਪਾਰਟੀਆਂ ਵੱਲੋਂ ਕੀਤੇ ਗਏ ਆ ਜੀ, ਬਿਜਲੀ ਨੂੰ ਲੈ ਕੇ, ਮੁੱਖ ਮੰਤਰੀ ਦੇ ਚਿਹਰਿਆਂ ਨੂੰ ਲੈ ਕੇ ਜੀ, ਤੇ ਉਪ ਮੁੱਖ ਮੰਤਰੀ ਦੇ ਚਿਹਰਿਆਂ ਨੂੰ ਲੈ ਕੇ ਜੀ, ਕਿ ਕੌਣ ਹੋਵੇਗਾ, ਜੀ, ਜਿਵੇਂ ਪੁਰਾਤਨ ਸਮਿਆਂ ਦੇ ਵਿੱਚ ਵਰਨ ਵੰਡ ਕੀਤੀ ਗਈ ਸੀ ਨਾ, ਜੀ, ਬਿਲਕੁਲ ਉਸੇ ਤਰ੍ਹਾਂ ਅਕਾਲੀ ਦਲ ਨੇ ਕਹਿ ਦਿੱਤਾ ਕਿ ਦੇਖੋ ਜੀ ਉਪ ਮੁੱਖ ਮੰਤਰੀ ਜਿਹੜਾ ਹੈ ਦਲਿਤ ਭਾਈਚਾਰੇ 'ਚੋਂ ਜਾਂ ਹਿੰਦੂ ਭਾਈਚਾਰੇ 'ਚੋਂ ਹੋਵੇਗਾ। ਜੀ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਡਾ ਮੁੱਖ ਮੰਤਰੀ ਸਿੱਖ ਭਾਈਚਾਰੇ 'ਚੋਂ ਹੋਵੇਗਾ। ਜੀ, ਭਾਜਪਾ ਵਾਲਿਆਂ ਨੇ ਕੁਝ ਹੋਰ ਕਹਿ ਦਿੱਤਾ। ਸਾਰਿਆਂ ਨੇ ਆਪੋ ਆਪਣਾ ਜਿਹੜਾ ਸੀ ਰਾਗ ਅਲਪਣਾ ਸ਼ੁਰੂ ਕਰ ਦਿੱਤਾ, ਜਿਵੇਂ ਵੰਡ ਲਿਆ ਹੋਵੇ ਕਿ ਅਸੀਂ ਆਹ ਹੁਣ ਫਲਾਨਿਆਂ ਨੇ ਫਲਾਨਾ ਗਰੁੱਪ ਕਾਬੂ ਕਰ ਲਿਆ ਤੇ ਅਸੀਂ ਆਹ ਕਰ ਲਿਆ। ਤੇ ਲੱਭ ਕੇ ਜਿਵੇਂ ਕਹਿੰਦੇ ਨੇ ਕਿ ਇੱਕ ਵੱਡੇ ਸਾਰੇ ਭੰਡਾਰ ਦੇ ਵਿੱਚੋਂ ਕੋਈ ਛੋਟੀ ਚੀਜ਼ਾਂ ਲੱਭ ਕੇ ਕਿ ਸਾਡੇ ਕੰਮ ਦੀ ਕਿਹੜੀ ਚੀਜ਼ ਹੋ ਸਕਦੀ ਹੈ, ਇਸ ਤਰ੍ਹਾਂ ਲੱਭਣ ਦੇ ਯਤਨ ਕੀਤੇ ਗਏ ਨੇ। ਹੁਣ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਜੇ ਧਿਆਨ ਮਾਰੀਏ ਤੇ ਇੱਕ ਕਲਾਸ ਵੱਲ ਬਹੁਤਾ ਧਿਆਨ ਜਿਹੜਾ ਸੀ ਉਹ ਸਾਰੀਆਂ ਪਾਰਟੀਆਂ ਦਾ ਜਾਂਦਾ ਸੀ। ਖਾਸ ਤੌਰ ਤੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਉਹਨਾਂ ਵੱਲ ਬਹੁਤਾ ਧਿਆਨ ਕਰਦੇ ਸੀ ਕਿ ਉਹ ਸਾਨੂੰ ਹੈਲਪ ਕਰਨਗੇ, ਯਾਰਾਂ ਸਾਨੂੰ ਪੈਸੇ ਵਜੋਂ ਵੀ ਸਹਾਇਤਾ ਦੇਣਗੇ ਤੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਕਹਿਣਗੇ ਕਿ ਪਾਓ ਵੋਟ ਫਲਾਨੀ ਪਾਰਟੀ ਨੂੰ। NRIਆਂ ਦੀ ਮੈਂ ਗੱਲ ਕਰ ਰਿਹਾ। NRIਆਂ ਦੀ ਵੱਡੀ ਸੇਹ ਹੁੰਦੀ ਸੀ ਕਿ ਉਹਨਾਂ ਨੂੰ ਵੋਟਾਂ ਦੇ ਵਿੱਚ ਇੱਕ ਆਧਾਰ ਮੰਨਿਆ ਜਾਂਦਾ ਸੀ। ਇਸੇ ਤਰ੍ਹਾਂ ਬਾਦਲ ਸਰਕਾਰ ਵੱਲੋਂ ਅਕਾਲੀ NRI ਸੰਮੇਲਨ ਵੀ ਕਰਵਾਏ ਗਏ। ਬਾਹਰਲੇ ਦੇਸ਼ਾਂ ਵਿੱਚ ਜਾ ਕੇ ਵੀ ਪ੍ਰਚਾਰ ਕੀਤੇ ਜਾਣ ਦੀਆਂ ਖਬਰਾਂ ਆਈਆਂ। ਕੈਪਟਨ ਅਮਰਿੰਦਰ ਸਿੰਘ ਬੇਸਿਕਲੀ ਨਾਰਾਜ਼ ਇਸੇ ਗੱਲੋਂ ਹੋਏ ਸੀ ਕੈਨੇਡੀਅਨ ਸਰਕਾਰ ਨਾਲ ਕਿ ਉੱਥੇ ਕੋਈ ਸਮਾਗਮ ਕਰਨ ਤੋਂ ਉਹਨਾਂ ਨੇ ਨਾ ਕਰ ਦਿੱਤੀ ਸੀ, ਇਕੱਠ ਕਰਨ ਤੋਂ, ਕਿ ਰਾਜਨੀਤਿਕ ਇਕੱਠ ਤੁਸੀਂ ਇੱਥੇ ਨਹੀਂ ਕਰ ਸਕਦੇ, ਕਿਉਂਕਿ ਉੱਥੇ ਵੀ ਕਈ ਖਬਰਾਂ ਜਿਹੜੀਆਂ ਸੀ ਪਾਰਟੀਬਾਜ਼ੀ ਦੀਆਂ ਆਉਣ ਲੱਗ ਪਈਆਂ ਸਨ। ਹੁਣ ਜਦੋਂ ਆਇਡੈਂਟੀਫਾਈ ਕਰ ਰਹੇ ਨੇ ਸਾਰੇ ਦਲਿਤ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ ਲਈ ਸਾਰੇ ਧਿਆਨ ਲੈ ਰਹੇ ਨੇ, ਹਿੰਦੂ ਭਾਈਚਾਰੇ ਨੂੰ ਵੱਖਰੇ ਨੇ। ਹੁਣ ਇਹ ਭਾਈਚਾਰਾ ਜਿਹੜਾ ਹੈ ਪੰਜਾਬ ਦੇ ਵਿੱਚ ਬਿਹਾਰੀ ਮਜ਼ਦੂਰ ਤੇ ਬਹੁਤ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਬਿਹਾਰੀ ਮਜ਼ਦੂਰ ਲੁਧਿਆਣੇ ਸ਼ਹਿਰ ਦੇ ਵਿੱਚ ਤੇ ਜ਼ਿਲ੍ਹੇ ਦੇ ਵਿੱਚ ਹੀ ਬਹੁਤ ਹਨ ਜਿਨ੍ਹਾਂ ਦੀ ਇੱਕ ਵੱਡੀ ਸੇਹ ਹੈ ਤੇ ਵੱਡਾ ਵੋਟ ਬੈਂਕ ਹੈ। ਕਈ ਕੌਂਸਲਰ ਇਸ ਭਾਈਚਾਰੇ ਦੇ ਵਿੱਚੋਂ ਸਾਡੇ ਸਾਹਮਣੇ ਆਏ ਨੇ ਤੇ ਵੋਟਾਂ ਉਹਨਾਂ ਨੇ ਪੱਕੀਆਂ ਬਣਾਈਆਂ ਹੋਈਆਂ ਨੇ ਤੇ ਇੱਥੇ ਦੇ ਪਛਿੰਦੇ ਨੇ। ਆਉਣ ਵਿੱਚ, ਰਹਿਣ ਵਿੱਚ, ਵੋਟ ਬਣਾਉਣ ਵਿੱਚ, ਚੋਣਾਂ ਲੜਨ ਵਿੱਚ ਕੋਈ ਸਮੱਸਿਆ ਨਹੀਂ। ਪਰ ਹੁਣ ਕੁਝ ਪਾਰਟੀਆਂ ਜਿਹੜੀਆਂ ਇਹਨਾਂ ਨੂੰ ਐਜ਼ ਏ ਵੋਟ ਬੈਂਕ ਵਜੋਂ ਦੇਖਣਾ ਚਾਹੁੰਦੀਆਂ ਨੇ, ਉਹ ਕਿੱਥੇ ਤੱਕ ਜਾ ਸਕਦੀਆਂ ਨੇ? ਇਸ ਦੀ ਇਹ ਉਦਾਹਰਨ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਉਹ ਬਿਹਾਰ ਦੇ ਵਿੱਚ ਪਹੁੰਚ ਗਏ ਨੇ। ਉਹਨਾਂ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਨੇ ਗੱਲ ਆਖੀ ਕਿ ਅਸੀਂ ਤੇ ਪਟਨਾ ਸਾਹਿਬ ਮੱਥਾ ਟੇਕਣ ਆਏ ਹੋਏ ਸੀ ਤੇ ਸਾਡੇ ਯਾਰ ਦੋਸਤ ਨੇ ਉਹ ਕਹਿੰਦੇ ਯਾਦਵ ਸਾਹਿਬ ਤੁਹਾਨੂੰ ਯਾਦ ਕਰਦੇ ਨੇ ਤੇ ਆਓ ਚਾਹ ਦਾ ਕੱਪ ਪੀਏ। ਕੁਲਤਾਰ ਸਿੰਘ ਸੰਧਵਾ, ਜੈ ਕਿਸ਼ਨ ਰੋੜੀ, ਅਮਰਜੀਤ ਸਿੰਘ ਸੰਧੋਆ ਤੇ ਇੱਕ ਦੋ ਹੋਰ ਆਗੂ ਜਿਹੜੇ ਸੀ ਆਮ ਆਦਮੀ ਪਾਰਟੀ ਦੇ ਤੇਜਸਵੀ ਯਾਦਵ ਨਾਲ ਇੱਕ ਮੀਟਿੰਗ ਕਰਕੇ ਆਏ ਨੇ। ਇੱਕ ਮੀਡੀਆ ਦੇ ਵਿੱਚ ਇੱਕ ਫੋਟੋ ਜਿਹੜੀ ਹੈ ਉਹਨਾਂ ਦੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਗੱਲਾਂ ਬਾਤਾਂ ਕਰਦੇ ਹੋਏ ਤੇ ਫੋਟੋ ਲਈ ਪੋਜ਼ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ। ਹੁਣ ਇਹ ਮੀਟਿੰਗ ਕਿਸ ਤਰ੍ਹਾਂ ਦੀ ਹੋ ਸਕਦੀ ਹੈ? ਕੀ ਤੇਜਸਵੀ ਯਾਦਵ ਨੂੰ ਉਹਨਾਂ ਨੂੰ ਆਪਣੇ ਲੈ ਕੇ ਕੌਨਫੀਡੈਂਸ ਦੇ ਵਿੱਚ, ਵਿਸ਼ਵਾਸ ਦੇ ਵਿੱਚ ਲੈ ਕੇ ਕਿ ਲੁਧਿਆਣੇ ਤੋਂ ਜਾਂ ਕਿਸੇ ਥਾਂ ਤੋਂ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੇ ਭਾਈਚਾਰੇ ਦੇ ਵਿੱਚੋਂ ਉਹਨਾਂ ਨੂੰ ਕੋਈ ਅਹੁਦਾ ਜਾਂ ਟਿਕਟ ਜਾਂ ਕੋਈ ਹੋਰ ਕਿਸੇ ਕਿਸਮ ਦਾ ਕੋਈ ਲਾਲਚ ਦੇ ਸਕਦੀ ਹੈ? ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਣਾ। ਪਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅਜੇ ਇਸ ਗੱਲ ਬਾਰੇ ਕੋਈ ਸੰਕੇਤ ਨਹੀਂ ਦਿੱਤੇ। ਇਹੋ ਹੀ ਆਖਿਆ ਕਿ ਅਸੀਂ ਮੱਥਾ ਟੇਕ ਕੇ ਆ ਰਹੇ ਸੀ ਤੇ ਚਾਹ ਪੀਤੀ ਹੈ। ਅਕਸਰ ਆਮ ਤੌਰ ਤੇ ਇਸੇ ਤਰ੍ਹਾਂ ਹੀ ਆਖਦੇ ਨੇ, ਪਰ ਮੇਰਾ ਖਿਆਲ ਹੈ ਕਿ ਪਟਨਾ ਸਾਹਿਬ ਦਾ ਨਾਂ ਲੈਂਦੇ ਤੇ ਜ਼ਿਆਦਾ ਚੰਗਾ ਸੀ। ਜਿਹੜੇ ਕੰਮ ਗਏ ਸੀ ਉਸ ਦੀ ਗੱਲ ਕਰਦੇ ਤੇ ਜ਼ਿਆਦਾ ਬਿਹਤਰ ਹੋਣਾ ਸੀ। ਮਤਲਬ ਸੱਚ ਕਹਿਣ 'ਚ ਹਰਜ ਕੋਈ ਨਹੀਂ, ਪਰ ਸਿਆਸਤਦਾਨ ਸੱਚ ਕਦੀ ਬੋਲਦੇ ਨਹੀਂ, ਮੈਨੂੰ ਲੱਗਦਾ। ਤੇ ਹੁਣ ਸਿਆਸਤ ਤੋਂ ਬਾਅਦ ਉਸ ਪੱਖ ਵੱਲ ਆਉਂਦੇ ਆ ਜਿਨ੍ਹਾਂ ਦਾ ਨਾਂ ਬੜੀ ਚਰਚਾ 'ਚ ਰਿਹਾ। ਸਾਬਕਾ DGP ਸੈਣੀ
ਜ਼ਮਾਨਤ ਤੇ ਨੇ ਇਸ ਵੇਲੇ, ਪਰ ਉਹਨਾਂ ਦੇ ਘਰ 'ਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਕਿਸ ਲਈ ਕੀਤੀ ਜਾ ਰਹੀ ਹੈ? ਸੁਮੇਧ ਸੈਣੀ ਦੇ ਗਲ ਕਾਫੀ ਸਾਰੀਆਂ ਸਮੱਸਿਆਵਾਂ ਪਈਆਂ ਹੋਈਆਂ ਨੇ ਜੀ, ਜਿਨ੍ਹਾਂ ਵਿੱਚ ਸਭ ਤੋਂ ਮੇਜਰ ਜਿਹੜੀ ਸਮੱਸਿਆ ਹੈ ਉਹ ਹੈ ਕੋਟਕਪੂਰਾ ਤੇ ਬਾਬਲ ਕਲਾਂ ਗੋਲੀ ਕਾਂਡ। ਜੀ, ਇਸ ਦੇ ਵਿੱਚ ਉਹ ਜ਼ਾਤੀ ਪੇਸ਼ੀ ਤੋਂ ਬਚ ਗਏ ਨੇ ਜੀ, ਤੇ ਜਾਂ ਉਹਨਾਂ ਨੂੰ ਬਲੈਂਕਟ ਬੇਲ ਜਿਹੜੀ ਹੈ ਉਹ ਮਿਲੀ ਹੋਈ ਹੈ, ਇੱਕ ਪ੍ਰੋਟੈਕਸ਼ਨ ਜਿਹੜੀ ਹੈ ਉਹਨਾਂ ਨੂੰ ਮਿਲੀ ਹੋਈ ਹੈ। ਜੀ, ਉਸ ਕੇਸ ਦੇ ਵਿੱਚ ਵੀ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਵੀ ਜਿਹੜੀ ਸੀ ਛਾਪੇਮਾਰੀ ਪੁਲਿਸ ਨੇ ਕੀਤੀ ਸੀ, ਜੀ, ਪਰ ਸੁਮੇਧ ਸੈਣੀ ਆਖਰੀ ਮੌਕੇ ਤੇ ਜ਼ਮਾਨਤ ਲੈਣ ਦੇ ਵਿੱਚ ਸਫਲ ਹੋ ਗਏ ਸੀ। ਜੀ, ਅਜੇ ਉਹਨਾਂ ਦੀਆਂ ਮੁਸ਼ਕਲਾਂ ਉਧਰੋਂ ਘਟੀਆਂ ਨਹੀਂ, ਜੀ, ਕੇਸ ਚੱਲ ਰਹੇ ਨੇ, ਪੇਸ਼ੀਆਂ ਹੋ ਰਹੀਆਂ ਨੇ, ਤੇ ਇਹ ਇੱਕ ਨਵੀਂ ਮੁਸ਼ਕਲ ਜਿਹੜੀ ਉਹਨਾਂ ਦੇ ਗਲ ਆ ਪਈ ਹੈ। ਚੰਡੀਗੜ੍ਹ ਦੇ ਵਿੱਚ ਪਹਿਲਾਂ ਤਾਂ ਇਹ ਸਮਝਿਆ ਗਿਆ ਕਿ ਪੁਲਿਸ ਜਿਹੜੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਪਹੁੰਚੀ ਹੈ, ਜੀ, ਪਰ ਹੌਲੀ ਹੌਲੀ ਪਰਤਾਂ ਜਦੋਂ ਖੁੱਲ੍ਹਦੀਆਂ ਨੇ ਤਾਂ ਉਸ ਵਿੱਚੋਂ ਇਹ ਸਾਹਮਣੇ ਆਉਂਦਾ ਹੈ ਕਿ ਇਹ ਪੁਲਿਸ ਨਹੀਂ ਸੀ, ਵਿਜੀਲੈਂਸ ਡਿਪਾਰਟਮੈਂਟ ਨੇ ਇੱਕ ਛਾਪਾ ਮਾਰਿਆ ਸੀ ਜੀ, ਜਿਸ ਦੇ ਵਿੱਚ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਗਈ ਹੈ, ਉਹਨਾਂ ਤੋਂ ਪੁੱਛਗਿੱਛ ਹੋਣੀ ਸੀ। ਜੀ, ਇਸ ਮੌਕੇ ਤੇ ਉਹਨਾਂ ਤੋਂ ਪੁੱਛਗਿੱਛ ਹੋਈ ਜਾਂ ਨਹੀਂ ਹੋਈ, ਜਾਂ ਸੁਮੇਧ ਸੈਣੀ ਉਸ ਘਰ ਦੇ ਵਿੱਚ ਮੌਜੂਦ ਸਨ ਜਾਂ ਨਹੀਂ ਸਨ, ਜੀ, ਇਹਦੇ ਬਾਰੇ ਕੋਈ ਨਹੀਂ ਪਤਾ ਲੱਗਾ। ਜੀ, ਵਿਜੀਲੈਂਸ ਦੇ ਅਧਿਕਾਰੀ ਉੱਥੇ ਆਏ ਨੇ, ਉਹਨਾਂ ਨੇ ਘੇਰਾ ਪਾ ਲਿਆ ਜੀ, ਤੇ ਫਿਰ ਸੁਮੇਧ ਸੈਣੀ ਦੇ ਵਕੀਲ ਉੱਥੇ ਪਹੁੰਚਦੇ ਨੇ ਤੇ ਉਹਨਾਂ ਨਾਲ ਬਹਿਸਬਾਜ਼ੀ ਹੁੰਦੀ ਹੈ ਜੀ, ਤੇ ਫਿਰ ਉਹ ਅੰਦਰ ਜਾਂਦੇ ਨੇ ਤੇ ਦੇਰ ਰਾਤ ਤੱਕ ਇਹ ਆਪਰੇਸ਼ਨ ਜਿਹੜਾ ਚੱਲਦਾ ਰਹਿੰਦਾ ਹੈ। ਜੀ, ਇਸ ਵਿੱਚ ਜੋ ਕਨਸੂਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹ ਇਹ ਨੇ ਕਿ ਪਿਛਲੇ ਸਾਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੋ ਕਿਸੇ ਅਹੁਦੇ ਤੇ ਸੀ। ਜੀ, ਉਹ ਪਿਓ ਪੁੱਤਰ ਦੇ ਨਾਲ ਇਹ ਸੁਮੇਧ ਸੈਣੀ ਦਾ ਕੋਈ ਲੈਣ ਦੇਣ ਸੀ ਜੀ, ਤੇ ਉਸ ਵਿਅਕਤੀ ਨੂੰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਇੱਕ ਕੋਠੀ ਦਾ ਜ਼ਿਕਰ ਆਉਂਦਾ ਹੈ ਜੀ, ਚੰਡੀਗੜ੍ਹ ਸਥਿਤ, ਇਸੇ ਕੋਠੀ ਦਾ ਜਿੱਥੇ ਛਾਪੇ ਪਏ ਨੇ। ਜੀ, ਉਸ ਕੋਠੀ ਦੇ ਬਾਰੇ ਪੁੱਛਗਿੱਛ ਦੇ ਵਿੱਚ ਉਹ ਦੱਸਦੇ ਨੇ ਕਿ ਇਸ ਦਾ ਮਾਲਕ ਫਲਾਨਾ ਵਿਅਕਤੀ ਹੈ ਜੀ, ਤੇ ਸੁਮੇਧ ਸੈਣੀ ਜਿਹੜੇ ਨੇ ਉੱਥੇ ਇਸ ਕਰਕੇ ਰਹੇ ਨੇ ਕਿ ਉਹ ਕਿਰਾਏਦਾਰ ਨੇ। ਜੀ, ਹੁਣ ਉਹ ਫਲਾਨਾ ਵਿਅਕਤੀ ਜਿਹੜਾ ਹੈ, ਜਦੋਂ ਅਸਲੀ ਕਾਗਜ਼ਾਂ ਦੀ ਮਾਲਕੀ ਦੀ ਦਰਖਾਸਤ ਜਿਹੜੀ ਹੈ ਉਹ ਮਾਲਕੀ ਨੂੰ ਚੈੱਕ ਕੀਤਾ ਗਿਆ, ਜੀ, ਦਰਿਆਫਤ ਕੀਤਾ ਗਿਆ, ਤੇ ਉਸ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਸਲ ਮਾਲਕ ਸੁਮੇਧ ਸੈਣੀ ਹੀ ਹਨ। ਜੀ, ਤੇ ਜਦੋਂ ਇਹ ਗੱਲ ਤਾਂ ਸਾਹਮਣੇ ਆਉਂਦੀ ਹੈ ਤੇ ਜਦੋਂ ਸੁਮੇਧ ਸੈਣੀ ਕੋਈ ਕਿਰਾਇਆ ਦੇਣ ਦੀ ਕੋਈ ਰਸੀਦ ਜਾਂ ਪੇਮੈਂਟ ਦਾ ਕੋਈ ਸਬੂਤ ਉਹ ਨਹੀਂ ਦੇ ਸਕੇ, ਜੀ, ਤੇ ਉਸ ਦੇ ਏਵੀ ਦੇ ਵਿੱਚ ਉਹ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਪੇਸ਼ ਨਹੀਂ ਕਰ ਸਕੇ ਜਿਸ ਦੇ ਨਾਲ ਇਹ ਵੀ ਉਹ ਕਹਿ ਸਕਣ ਕਿ ਇਹ ਮੇਰੇ ਕੋਲ ਕਿਰਾਏ ਤੇ ਹੈ ਤੇ ਅਸਲ ਮਾਲਕ ਉਹੀ ਨੇ। ਜੀ, ਹੁਣ ਪੁਲਿਸ ਜਾਂ ਡਿਪਾਰਟਮੈਂਟ ਉਹਨਾਂ ਦੇ ਮਗਰ ਹੱਥ ਧੋ ਕੇ ਕਿਉਂ ਪਿਆ ਹੋਇਆ, ਜੀ, ਇਹ ਤੇ ਉਹੀ ਬਿਹਤਰ ਜਾਣਦੇ ਨੇ ਜਾਂ ਡਿਪਾਰਟਮੈਂਟ ਜਾਣਦਾ। ਜੀ, ਪਰ ਬਾਬਲ ਕਲਾਂ ਗੋਲੀ ਕਾਂਡ ਤੇ ਕੋਟਕਪੂਰਾ ਗੋਲੀ ਕਾਂਡ ਤੋਂ ਬਾਅਦ ਸਾਬਕਾ ਡੀਜੀਪੀ ਨੂੰ ਇਸ ਤਰ੍ਹਾਂ ਖਿੱਚ ਲਿਆ ਜਾਣਾ ਕਿਸੇ ਮਾਮਲੇ ਦੇ ਵਿੱਚ, ਜੀ, ਇਹ ਸਾਬਤ ਕਰਦਾ ਹੈ ਕਿ ਉਹਨਾਂ ਦੇ ਪਿੱਛੇ ਜਿਹੜਾ ਹੈ ਉਹ ਮਹਿਕਮਾ ਜਿਹੜਾ ਹੱਥ ਧੋ ਕੇ ਪਿਆ ਹੋਇਆ ਜੀ, ਤੇ ਉਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਤੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋ ਵੀ ਸਕਦੀ ਹੈ ਤੇ ਹੋ ਸਕਦਾ ਨਾ ਵੀ ਹੋਵੇ। ਤੇ ਕੁਲਦੀਪ ਜੀ, ਹੁਣ ਗੱਲ ਬਿਜ਼ਨਸਮੈਨ ਕੁੰਦਰਾ ਦੀ ਕਰਦੇ ਹਾਂ, ਜਿਹੜਾ ਜੇਲ੍ਹ ਵਿੱਚ ਹੈ। ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਸੀ ਪਰ ਉਹ ਨਾਮਨਜ਼ੂਰ ਹੋ ਗਈ ਹੈ, ਤੇ ਇਸ ਤੋਂ ਬਾਅਦ ਇਸ ਕੇਸ ਦੇ ਵਿੱਚ ਹੋਰ ਕੀ ਖੁਲਾਸੇ ਹੋ ਰਹੇ ਨੇ? ਬਾਲੀਵੁੱਡ ਨਗਰੀ ਇਹੋ ਜਿਹੀ ਹੈ ਕਿ ਇੱਥੇ ਆਮ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਨ ਦਾ, ਪ੍ਰਦਰਸ਼ਿਤ ਕਰਨ ਦੇ ਲੱਖਾਂ ਕਰੋੜਾਂ ਅਰਬਾਂ ਰੁਪਏ ਲਏ ਜਾਂਦੇ ਨੇ। ਜੀ, ਆਪਣੇ ਆਪ ਨੂੰ ਪੇਸ਼ ਕੀਤਾ ਜਾਂਦਾ ਹੈ, ਕੋਈ ਗਾ ਕੇ ਸੁਣਾਉਂਦਾ ਹੈ, ਕੋਈ ਆਪਣਾ ਚਿਹਰਾ ਪੇਸ਼ ਕਰਦਾ ਹੈ, ਕੋਈ ਅਦਾਕਾਰੀ ਨਾਲ ਲੋਕਾਂ ਨੂੰ ਮੰਤਰਮੁਗਧ ਕਰਦਾ ਹੈ। ਜੀ, ਸਭ ਕੁਝ ਹੈ ਦਿਖਾਵੇ ਦਾ, ਇਹ ਸਾਰਾ ਛਲ ਹੈ ਜੀ, ਬਾਲੀਵੁੱਡ ਦੀ ਨਗਰੀ। ਜੀ, ਫਿਰ ਕਈ ਵਾਰੀ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਜਦੋਂ ਇਹ ਜਿਹੜੇ ਦਿੱਗਜ ਲੋਕ ਹੁੰਦੇ ਨੇ ਸੋ ਕਾਲਡ, ਜੀ, ਜਾਂ ਲੋਕਾਂ ਦੇ ਮਨਾਂ ਦੇ ਵਿੱਚ ਹੀਰੋ ਹੁੰਦੇ ਨੇ, ਜੀ, ਤੇ ਜਦੋਂ ਉਹਨਾਂ ਦੀ ਪਰਸਨਲ ਲਾਈਫ ਬਾਰੇ ਕੋਈ ਗੱਲ ਹੁੰਦੀ ਹੈ ਤਾਂ ਫਿਰ ਉਹ ਕਹਿੰਦੇ ਨੇ ਸਾਡੀ ਆਪਣੀ ਲਾਈਫ ਹੈ, ਪ੍ਰਾਈਵੇਟ ਲਾਈਫ ਹੈ, ਸਾਡੀ ਪ੍ਰਾਈਵੇਸੀ ਦਾ ਖਿਆਲ ਰੱਖਿਆ ਜਾਵੇ। ਜੀ, ਠੀਕ ਹੈ, ਪ੍ਰਾਈਵੇਸੀ ਦਾ ਖਿਆਲ ਰੱਖਣਾ ਹੀ ਬਣਦਾ, ਤੁਸੀਂ ਹਰ ਇੱਕ ਗੱਲ ਦੇ ਵਿੱਚ ਕਿਸੇ ਨੂੰ ਘਸੀਟ ਨਹੀਂ ਸਕਦੇ। ਜੀ, ਖਾਸ ਤੌਰ ਤੇ ਸ਼ਿਲਪਾ ਸ਼ੈਟੀ ਨੇ, ਰਾਜ ਕੁੰਦਰਾ ਦੀ ਪਤਨੀ ਨੇ ਗੱਲ ਆਖੀ ਹੈ ਕਿ ਸਾਡੇ ਬੱਚਿਆਂ ਦੀ ਪ੍ਰਾਈਵੇਸੀ ਦਾ ਖਿਆਲ ਰੱਖਿਆ ਜਾਵੇ ਤੇ ਉਹਨਾਂ ਨੂੰ ਇਸ ਮਾਮਲੇ ਵਿੱਚ ਨਾ ਘਸੀਟਿਆ ਜਾਵੇ। ਜੀ, ਜ਼ਾਹਿਰਾ ਤੌਰ ਤੇ ਰਾਜ ਕੁੰਦਰਾ ਦੇ ਬਾਰੇ ਕੁਝ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਦਿਨ ਬ ਦਿਨ ਆ ਰਹੀਆਂ ਨੇ, ਰੋਜ਼ ਆ ਰਹੀਆਂ ਨੇ। ਜੀ, ਪੁਲਿਸ ਉਹਨਾਂ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਜੀ, ਪਰ ਇਹ ਹੁਣ ਰਾਜ ਕੁੰਦਰਾ ਦੇ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਇੱਕ ਹੌਟਸ਼ਾਟ ਨਾਂ ਦੀ ਇੱਕ ਐਪ ਸੀ, ਜੀ, ਉਸ ਤੇ ਉਹ ਭਾਵੇਂ ਹੁਣ ਮੌਜੂਦ ਨਹੀਂ ਹੈ, ਜੀ, ਉਸ ਤੇ ਜਿਸ ਤਰ੍ਹਾਂ ਦਾ ਮਟੀਰੀਅਲ ਪਾਇਆ ਜਾਂਦਾ ਸੀ ਉਹ ਰਾਜ ਕੁੰਦਰਾ ਦੇ ਥਰੂ ਹੀ ਸਾਰਾ ਜਨਰੇਟ ਹੁੰਦਾ ਸੀ। ਜੀ, ਤੇ iCloud ਜਿਹੜਾ ਉੱਥੇ ਬਣਿਆ ਹੋਇਆ ਸੀ ਜਿੱਥੇ ਉਹਦੀਆਂ ਸਾਰੀਆਂ ਵੀਡੀਓ ਸਟੋਰੇਜ ਹੁੰਦੀਆਂ ਸੀ, ਜੀ, ਗ੍ਰਿਫਤਾਰ ਕੀਤੇ ਜਾਣ ਤੇ ਉਸਨੇ ਉਹ ਡਿਲੀਟ ਕਰ ਦਿੱਤਾ ਤੇ ਉਸ ਵਿੱਚੋਂ ਬਹੁਤੇ ਸਾਰੇ ਸਬੂਤ ਜਿਹੜੇ ਨੇ ਉਹ ਮਿਟਾ ਦਿੱਤੇ। ਜੀ, ਪਰ ਸਾਈਬਰ ਵਿਭਾਗ ਨੇ, ਜੋ ਸਾਈਬਰ ਡਿਪਾਰਟਮੈਂਟ ਹੈ, ਕਿਉਂਕਿ ਉਹਨਾਂ ਕੋਲ ਕੁਝ ਐਕਸਟਰਾ ਟੂਲਸ ਹੁੰਦੇ ਨੇ ਤੇ ਅਥਾਰਟੀ ਵੀ ਹੁੰਦੀ ਹੈ, ਉਹਨਾਂ ਨੇ ਉਹਨਾਂ ਵਿੱਚੋਂ ਕਾਫੀ ਸਾਰੀਆਂ ਵੀਡੀਓ ਜਿਹੜੀਆਂ ਸੀ ਰਿਵਾਈਵ ਕਰ ਲਈਆਂ, ਦੁਬਾਰਾ ਕੱਢ ਕੇ ਸਾਹਮਣੇ ਲੈ ਆਂਦੀਆਂ ਨੇ। ਜੀ,
ਇਸੇ ਤਰ੍ਹਾਂ ਰਾਜ ਕੁੰਦਰਾ ਤੇ ਇਹ ਵੀ ਦੋਸ਼ ਹੈ ਕਿ ਉਹਨਾਂ ਦੇ ਇੱਕ ਸਹਾਇਕ ਨੇ ਮੁੰਬਈ ਸਥਿਤ ਦਫ਼ਤਰ ਦੇ ਵਿੱਚ ਇੱਕ ਕੰਪਿਊਟਰ ਦੇ ਵਿੱਚੋਂ ਜਾਂ ਇੱਕ ਆਈਡੀ ਦੇ ਵਿੱਚੋਂ 50 ਤੋਂ ਵੱਧ ਇਸੇ ਤਰ੍ਹਾਂ ਦੀਆਂ ਵੀਡੀਓ ਜਿਹੜੇ ਸੀ ਉਹ ਡਿਲੀਟ ਕਰ ਦਿੱਤੀਆਂ ਜੀ। ਹੁਣ ਜ਼ਮਾਨਤ ਜਿਹੜੀ ਜ਼ਮਾਨਤ ਹੈ ਉਸ ਦੀ ਅਜੇ ਨਹੀਂ ਹੋਣੀ ਜੀ। ਪਰ ਉਸ ਦੀ ਗ੍ਰਿਫਤਾਰੀ ਤੇ ਇੱਕ ਪਟੀਸ਼ਨ ਪਾਈ ਹੋਈ ਹੈ ਰਾਜ ਕੁੰਦਰਾ ਦੇ ਵਕੀਲਾਂ ਵੱਲੋਂ ਜੀ। ਕਿ ਉਸ ਦੀ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਹੋਇਆ ਹੈ ਕਿ ਗ੍ਰਿਫਤਾਰੀ ਗਲਤ ਹੋਈ ਹੈ ਜੀ। ਤੇ ਪੁਲਿਸ ਨੇ ਇਹ ਸਾਰੇ ਸਬੂਤ ਦੇ ਕੇ ਇਹ ਸਾਬਤ ਕੀਤਾ ਹੈ ਕਿ ਇਹ ਵਿਅਕਤੀ ਸਬੂਤਾਂ ਨੂੰ ਮਿਟਾਉਣ ਦੇ ਯਤਨ ਕਰ ਰਿਹਾ ਤੇ ਇਸ ਦੀ ਕਾਰਵਾਈ ਅਜੇ ਲੰਬੀ ਚੱਲਣੀ ਹੈ, ਇਸ ਦੀ ਜਾਂਚ ਅਜੇ ਲੰਬੀ ਚੱਲੇਗੀ ਤੇ ਇਹ ਸਬੂਤਾਂ ਨੂੰ ਨਾ ਮਿਟਾਵੇ, ਇਸ ਕਰਕੇ ਇਸ ਨੂੰ ਗ੍ਰਿਫਤਾਰ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ ਤੇ ਅਸੀਂ ਅਜੇ ਵੀ ਤਹਿਕੀਕਾਤ ਕਰ ਰਹੇ ਹਾਂ। ਸਾਈਬਰ ਦਾ ਕੰਮ ਹੈ, ਇਹ ਲੰਬਾ ਚੌੜਾ ਚੱਲੇਗਾ, ਇੰਨੀ ਛੇਤੀ ਮੁੱਕਣ ਵਾਲਾ ਨਹੀਂ। ਤੇ ਕੁਲਦੀਪ ਜੀ, ਸਾਡੇ ਲਈ ਇਸ ਵੇਲੇ ਇਹ ਜ਼ਰੂਰੀ ਹੈ ਕਿ ਵਿਚਾਰ ਚਰਚਾ ਦੇ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਤੇ ਚਰਚਾ ਤੇ ਬ੍ਰੇਕ ਲਾਉਂਦੇ ਆ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਸਿਲਸਿਲੇ ਨਾਲ ਜੁੜਨ ਲਈ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।